ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਵਿਸ਼ਾ ਹੈ ਆਰਥਿਕ ਪ੍ਰਦਰਸ਼ਨ ਮਾਪਨ, ਮੀਜ਼ਰਿੰਗ ਇਕਨੋਮਿਕ ਪਰਫਾਰਮੈਂਸ। ਅੱਜ ਅਸੀਂ ਦੇਖਾਂਗੇ ਕਿ ਅਸੀਂ ਜਿਹੜੀ ਸਾਡੀ ਇਕਨੋਮਿਕ ਕੰਡੀਸ਼ਨ ਹੈ ਕੰਟਰੀ ਦੀ, ਉਹਨੂੰ ਕਿੱਦਾਂ ਮੇਜ਼ਰ ਕਰ ਸਕਦੇ ਹਾਂ। ਇਕਨੋਮਿਕ ਕੰਡੀਸ਼ਨ ਮੀਨਸ ਜਿਹੜੀ ਇਨਕਮ ਹੁੰਦੀ ਹੈ ਇਕੋਨਮੀ ਦੀ, ਨੈਸ਼ਨਲ ਇਨਕਮ, ਉਹ ਇਨਕਰੀਜ਼ ਹੋ ਰਹੀ ਹੈ, ਉਹਦੇ ਵਿੱਚ ਗਰੋਥ ਹੋ ਰਹੀ ਹੈ, ਡਿਵੈਲਪਮੈਂਟ ਹੋ ਰਹੀ ਹੈ, ਉਹ ਕਿੰਨੀ ਹੈ, ਉਹਨੂੰ ਮੇਜ਼ਰ ਕਰਨ ਦੇ ਮੈਥਡਸ। ਕਿਉਂਕਿ ਹਰ ਇੱਕ ਜਿਹੜੀ ਇਕੋਨਮੀ ਹੈ ਉਹਦੀ ਜਿਹੜੀ ਇਨਕਮ ਹੈ ਉਹਨੂੰ ਮੇਜ਼ਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਦੁਆਰਾ ਹੀ ਜਿਹੜੀ ਇਕੋਨਮੀ ਆ ਉਹਦੀ ਗਰੋਥ ਤੇ ਡਿਵੈਲਪਮੈਂਟ ਹੈ ਜਿਹੜੀ ਸਾਨੂੰ ਪਤਾ ਲੱਗਦੀ ਹੈ ਕਿ ਸਾਡੀ ਇਕੋਨਮੀ ਦੇ ਵਿੱਚ ਕੀ ਆ, ਗਰੋਥ ਹੋ ਰਹੀ ਹੈ, ਪਰ ਕੈਪੀਟਲ ਇਨਕਮ ਇਨਕਰੀਜ਼ ਹੋ ਰਹੀ ਹੈ, ਨੈਸ਼ਨਲ ਇਨਕਮ ਇਨਕਰੀਜ਼ ਹੋ ਰਹੀ ਹੈ, ਜਿਹੜਾ ਲਿਵਿੰਗ ਸਟੈਂਡਰਡ ਹੈ ਇਨਕਰੀਜ਼ ਹੋ ਰਿਹਾ, ਐਜੂਕੇਸ਼ਨ ਹੈਲਥ ਫੈਸਿਲਿਟੀ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਐਂਡ ਜਿਹੜੀਆਂ ਅਦਰ ਫੈਸਿਲਿਟੀਜ਼ ਨੇ ਉਹ ਇਨਕਰੀਜ਼ ਹੋ ਰਹੀਆਂ ਨੇ। ਕਹਿੰਦੇ ਮੋਸਟਲੀ ਜਿਹੜੀ ਨੈਸ਼ਨਲ ਇਨਕਮ ਹੈ, ਇਹਦੇ ਨਾਲ ਜਦੋਂ ਨੈਸ਼ਨਲ ਇਨਕਮ ਸਾਡੀ ਗਰੋ ਕਰੇਗੀ ਤਾਂ ਜਿਹੜੀ ਸਾਡੀ ਇਕੋਨਮੀ ਹੈ, ਨੇਸ਼ਨ ਹੈ, ਉਹ ਡਿਵੈਲਪਮੈਂਟ ਦੇ ਪਾਥ ਤੇ ਜਾਏਗੀ, ਗਰੋਥ ਹੋਏਗੀ ਉਸ ਦੇ ਵਿੱਚ। ਆਟੋਮੈਟਿਕਲੀ ਇਹਦੇ ਨਾਲ ਜਿਹੜੀ ਸਾਡੀ ਪਾਪੂਲੇਸ਼ਨ ਹੈ ਉਸ ਤੇ ਵੀ ਕੀ ਪਏਗਾ, ਅਫੈਕਟ ਪਏਗਾ। ਤਾਂ ਜਿਹੜੀ ਸਾਡੀ ਇਕੋਨਮੀ ਦੀ ਨੈਸ਼ਨਲ ਇਨਕਮ ਹੈ ਉਹਦੀ ਪਰਫਾਰਮੈਂਸ ਨੂੰ ਆਪਾਂ ਕਿੱਦਾਂ ਮੇਜ਼ਰ ਕਰ ਸਕਦੇ ਹਾਂ, ਇਹਦੇ ਬਾਰੇ ਮੋਸਟਲੀ ਜਿਹੜੇ 3 ਮੈਥਡਸ ਨੇ ਉਹ ਯੂਜ਼ ਕੀਤੇ ਜਾਂਦੇ ਨੇ। 3 ਲੈਵਲਸ ਤੇ ਆਪਾਂ ਜਿਹੜੀ ਨੈਸ਼ਨਲ ਇਨਕਮ ਹੈ ਉਹਨੂੰ ਮੇਜ਼ਰ ਕਰ ਸਕਦੇ ਹਾਂ। ਕਹਿੰਦੇ ਨੈਸ਼ਨਲ ਇਨਕਮ ਆਫ ਅ ਕੰਟਰੀ ਜਿਹੜੀ ਹੈ ਉਹਨੂੰ ਐਸਟੀਮੇਟ ਕਰ ਸਕਦੇ ਹਾਂ 3 ਡਿਫਰੈਂਟ ਲੈਵਲਸ ਤੇ। 3 ਲੈਵਲਸ ਕਿਹੜੇ ਨੇ? ਫਰਸਟ ਇਜ਼ ਦਾ ਪ੍ਰੋਡਕਟ ਮੈਥਡ, ਜਿਹਨੂੰ ਆਪਾਂ ਵੈਲਿਊ ਐਡਡ ਮੈਥਡ ਕਹਿੰਦੇ ਆ, ਐਂਡ ਸੈਕੰਡ ਇਜ਼ ਦਾ ਇਨਕਮ ਮੈਥਡ, ਐਂਡ ਥਰਡ ਇਜ਼ ਦਾ ਐਕਸਪੈਂਡੀਚਰ ਮੈਥਡ। ਕਹਿੰਦੇ ਸ਼ੂਮਪੀਟਰ ਨੇ ਸਭ ਤੋਂ ਪਹਿਲਾਂ ਸੁਜੈਸਟ ਕੀਤੇ ਸੀਗੇ ਨੈਸ਼ਨਲ ਇਨਕਮ ਨੂੰ ਮੇਜ਼ਰ ਕਰਨ ਦੇ 3 ਲੈਵਲਸ। ਕਦੋਂ ਤੇ ਉਸ ਤੋਂ ਬਾਅਦ ਜਿਹੜੇ ਆਪਣੇ MC ਮਿਚਲ ਸੀਗੇ ਤੇ ਸਾਈਮਨ ਕੁਜਨੇਟ ਸੀਗੇ, ਉਹਨਾਂ ਨੇ ਵੀ USA ਦੇ ਵਿੱਚ 3 ਲੈਵਲਸ ਦੱਸੇ ਸੀਗੇ। ਉਸ ਤੋਂ ਬਾਅਦ ਜਿਹੜੀ ਸਾਡੀ ਸਟੈਟਿਕਲ ਆਰਗੇਨਾਈਜੇਸ਼ਨ ਹੈ CSO, ਉਹਨੇ ਵੀ ਨੈਸ਼ਨਲ ਇਨਕਮ ਨੂੰ 3 ਲੈਵਲਸ ਤੇ ਮੇਜ਼ਰ ਕੀਤਾ ਸੀ। ਇਹੀ ਜਿਹੜੇ 3 ਲੈਵਲਸ ਸੀ ਉਹਨਾਂ ਨੇ ਯੂਜ਼ ਕੀਤੇ ਸੀ ਕਿ ਆਪਾਂ ਜਦੋਂ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਹੋਵੇ ਤਾਂ ਆਪਾਂ ਇਹ 3 ਮੈਥਡਸ ਦੇ ਥਰੂ ਕਰ ਸਕਦੇ ਹਾਂ। The first is product method, second is income method, and third is expenditure method. ਅੱਜ ਅਸੀਂ ਜਿਹੜੇ ਇਹ ਤਿੰਨੋਂ ਮੈਥਡਸ ਨੇ ਇਹਨਾਂ ਨੂੰ ਪੜਾਂਗੇ, ਤਿੰਨਾਂ ਦੇ ਬਾਰੇ ਪੜਾਂਗੇ। ਤਾਂ ਫਰਸਟ ਹੈ ਸਾਡਾ methods of measuring of national income ਦਾ expenditure method. First method is the expenditure method. ਜਿਵੇਂ ਕਿ ਤੁਸੀਂ ਜਾਣਦੇ ਹੋ ਕਿ expenditure ਕੀ ਹੁੰਦਾ ਹੈ। expenditure ਦਾ ਮਤਲਬ ਹੁੰਦਾ ਹੈ ਖਰਚਾ, ਜੋ ਅਸੀਂ ਖਰਚਾ ਕਰਦੇ ਹਾਂ ਕਿਸੇ ਵੀ ਚੀਜ਼ ਨੂੰ ਲੈਣ ਦੀ, ਜੋ ਅਸੀਂ ਉਹਦੇ ਲਈ ਪੇਮੈਂਟਸ ਕਰਾਂਗੇ, that is called expenditure method. ਤਾਂ expenditure method ਦੇ ਥਰੂ ਆਪਾਂ ਜਿਹੜੀ ਆਪਣੀ ਇਨਕਮ ਹੈ ਉਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਨਾ this is the third method, estimating national income ਨੂੰ ਮੇਜ਼ਰ ਕਰਨ ਦਾ expenditure method। ਇਹਨੂੰ ਆਪਾਂ income disposal method and consumption and investment method ਵੀ ਕਹਿੰਦੇ ਆ। ਕਹਿੰਦੇ expenditure method ਉਹ ਮੈਥਡ ਹੈ ਜਿਹਦੇ ਦੁਆਰਾ ਅਸੀਂ ਜਿਹੜੀ ਫਾਈਨਲ ਐਕਸਪੈਂਡੀਚਰ ਹੈ ਔਨ ਗ੍ਰੋਸ ਡੋਮੈਸਟਿਕ ਪ੍ਰੋਡਕਟ, ਜਿੰਨੇ ਵੀ ਸਾਡੀ ਕੰਟਰੀ ਦੇ ਵਿੱਚ ਡੋਮੈਸਟਿਕ ਪ੍ਰੋਡਕਟਸ ਨੇ, ਜਦੋਂ ਆਪਾਂ ਉਹਨਾਂ ਦੀ ਫਾਈਨਲ ਕੰਜ਼ੰਪਸ਼ਨ ਕਰਦੇ ਆ ਐਟ ਮਾਰਕੀਟ ਪ੍ਰਾਈਸ ਤੇ ਐਟ ਅਕਾਊਂਟਿੰਗ ਈਅਰ, ਇੱਕ ਅਕਾਊਂਟਿੰਗ ਈਅਰਸ ਦੇ ਵਿੱਚ ਜਿੰਨੇ ਵੀ ਡੋਮੈਸਟਿਕ ਜਿਹੜੇ ਪ੍ਰੋਡਕਟਸ ਨੇ ਉਹਨਾਂ ਨੂੰ ਬਾਏ ਕਰਨ ਤੇ ਜਿੰਨਾ ਆਪਣਾ ਟੋਟਲ ਐਕਸਪੈਂਡੀਚਰ ਕਰਾਂਗੇ, ਉਹਨੂੰ ਆਪਾਂ ਉਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਫਾਈਨਲ ਐਕਸਪੈਂਡੀਚਰਸ ਦੇ ਥਰੂ ਆਪਾਂ ਜਿਹੜੀ ਨੈਸ਼ਨਲ ਇਨਕਮ ਹੈ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਦਿਸ ਫਾਈਨਲ ਐਕਸਪੈਂਡੀਚਰ ਇਜ਼ ਇਕੁਅਲ ਟੂ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਦਾ ਮਾਰਕੀਟ ਪ੍ਰਾਈਸ। ਕਹਿੰਦੇ ਵਾਟ ਇਜ਼ ਫਾਈਨਲ ਐਕਸਪੈਂਡੀਚਰ ਕੀ ਹੁੰਦਾ ਹੈ? ਐਕਸਪੈਂਡੀਚਰਸ ਵੀ 2 ਗੁੱਡਸ ਹੀ ਹੁੰਦਾ ਹੈ, ਇੱਕ ਤਾਂ ਹੁੰਦਾ ਫਾਈਨਲ ਗੁੱਡਸ, ਇੱਕ ਹੁੰਦੀਆਂ ਨੇ ਇੰਟਰਮੀਡੀਏਟ ਗੁੱਡਸ। ਫਾਈਨਲ ਗੁੱਡਸ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ ਨੂੰ ਆਪਾਂ ਡਾਇਰੈਕਟ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਨੇ ਮਾਰਕੀਟ ਦੇ ਵਿੱਚੋਂ ਪੈਨ ਲਿੱਤਾ ਹੈ, ਪੈਨ ਨੂੰ ਆਪਾਂ ਡਾਇਰੈਕਟ ਯੂਜ਼ ਕਰ ਸਕਦੇ ਹਾਂ। ਅਗਰ ਆਪਾਂ ਦੂਸਰੀ ਸਾਈਡਸ ਫਲੋਰ ਲੈਂਦੇ ਹਾਂ, ਆਟਾ ਲੈਂਦੇ ਹਾਂ, ਤਾਂ ਆਪਾਂ ਉਹਨੂੰ ਡਾਇਰੈਕਟ ਯੂਜ਼ ਨਹੀਂ ਕਰ ਸਕਦੇ। ਦਿਸ ਇਜ਼ ਦਾ ਇੰਟਰਮੀਡੀਏਟ ਗੁੱਡਸ। ਉਹਨੂੰ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ? ਇੰਟਰਮੀਡੀਏਟ ਗੁੱਡਸ ਮਤਲਬ ਆਪਾਂ ਉਹਨੂੰ ਕਿਸੇ ਚੀਜ਼ ਬਣਾਉਣ ਦੇ ਲਈ ਯੂਜ਼ ਕਰਦੇ ਹਾਂ। ਅੱਗੇ ਆਪਾਂ ਤੋਂ ਬਿਸਕਿਟ ਬਣਾਉਂਦੇ ਹਾਂ, ਬ੍ਰੈਡ ਬਣਾਉਂਦੇ ਹਾਂ, ਤਾਂ ਫਿਰ ਕਹਿੰਦੇ ਕੀ ਆ, ਆਪਾਂ ਉਹਨੂੰ ਇੰਟਰਮੀਡੀਏਟ ਗੁੱਡਸ ਕਹਾਂਗੇ। ਇਹਦੇ ਵਿੱਚ ਆਪਾਂ ਸਿਰਫ ਫਾਈਨਲ ਗੁੱਡਸ ਨੂੰ ਲਵਾਂਗੇ। ਜਦੋਂ ਫਾਈਨਲ ਗੁੱਡਸ ਤੇ ਐਕਸਪੈਂਡੀਚਰਸ ਨੂੰ ਆਪਾਂ ਕੈਲਕੂਲੇਟ ਕਰਾਂਗੇ, ਅਸੈਪਟ ਕਰਾਂਗੇ, ਤਾਂ ਦਿਸ ਇਜ਼ ਅ ਐਕਸਪੈਂਡੀਚਰ। ਠੀਕ ਹੈ, ਆਪਣਾ ਜੋ ਨੈਸ਼ਨਲ ਇਨਕਮ ਨੂੰ ਕੀ ਕਰੇਗਾ, ਸ਼ੋ ਕਰੇਗਾ। ਤਾਂ ਇਹਦੇ ਵਿੱਚ ਕਹਿੰਦੇ ਕੀ ਹੁੰਦਾ, ਐਕਸਪੈਂਡੀਚਰ ਮੈਥਡ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਕਹਿੰਦੇ 3 ਟਾਈਪਸ ਜਿਹੜੇ ਐਕਸਪੈਂਡੀਚਰਸ ਨੇ, ਜਿੰਨੇ ਵੀ ਟੋਟਲ ਐਕਸਪੈਂਡੀਚਰਸ ਨੇ ਆਪਣੀ ਕੰਟਰੀ ਤੇ ਕੀਤੇ ਜਾਣ ਵਾਲੇ, ਉਹਨਾਂ ਨੂੰ ਆਪਾਂ ਲਵਾਂਗੇ। ਫਰਸਟ ਇਜ਼ ਆ ਕੀ ਕਰਦੇ ਆਪਾਂ ਜਦੋਂ ਐਕਸਪੈਂਡੀਚਰਸ ਕਰਨੇ ਹੁੰਦੇ ਨੇ ਤਾਂ ਕਿਸ ਚੀਜ਼ ਤੇ ਕਰਦੇ? ਕੰਜ਼ੰਪਸ਼ਨ ਤੇ ਐਕਸਪੈਂਡੀਚਰ ਕਰਦੇ ਆ। ਕੰਜ਼ੰਪਸ਼ਨ ਐਕਸਪੈਂਡੀਚਰ ਕੌਣ ਕਰੇਗਾ? ਕੰਜ਼ਿਊਮਰ ਕਰੇਗਾ।
ठीक है। कंजम्पशन एक्सपेंडिचर कंज्यूमर करेगा, फाइनल कंजम्पशन एक्सपेंडिचर किस किस चीज पे होएगा, प्राइवेट, एक तो प्राइवेट फाइनल कंजम्पशन एक्सपेंडिचर होएगा, एक गवर्नमेंट फाइनल कंजम्पशन एक्सपेंडिचर होएगा। ਜਿਹੜਾ ਪ੍ਰਾਈਵੇਟ ਕੰਜ਼ੰਪਸ਼ਨ ਐਕਸਪੈਂਡੀਚਰ ਹੋਏਗਾ ਉਹ ਆਪਾਂ ਕਾਮਨ ਪੀਪਲਸ ਕਰਨਗੇ, ਠੀਕ ਹੈ, ਪ੍ਰਾਈਵੇਟ ਸੈਕਟਰ ਕਰੇਗਾ, ਇੰਡੀਵਿਜੂਅਲਸ ਕਰਨਗੇ, ਕੰਜ਼ਿਊਮਰਸ ਕਰਨਗੇ, ਐਂਡ ਜਿਹੜਾ ਜਦੋਂ ਕੋਈ ਵੀ ਗਵਰਨਮੈਂਟ ਫਾਈਨਲ ਗੁੱਡਸ ਨੂੰ ਯੂਜ਼ ਕਰੇਗੀ ਉਹਨਾਂ ਦੇ ਲਈ ਉਹ ਖਰਚਾ ਕਰੇਗੀ, ਪੇਮੈਂਟਸ ਕਰੇਗੀ, ਤਾਂ ਉਹਨੂੰ ਆਪਾਂ ਗਵਰਨਮੈਂਟ ਦੇ ਫਾਈਨਲ ਜਿਹੜੇ ਐਕਸਪੈਂਡੀਚਰਸ ਨੇ ਕੰਜ਼ੰਪਸ਼ਨ ਤੇ ਉਹ ਮੰਨ ਲਵਾਂਗੇ। ठीक है, तो कंजम्पशन ਦੇ ਵਿੱਚ ਪ੍ਰਾਈਵੇਟ ਐਂਡ ਗਵਰਨਮੈਂਟ ਐਕਸਪੈਂਡੀਚਰ ਆਉਂਦੇ ਨੇ ਕਿਉਂਕਿ ਕੰਜ਼ੰਪਸ਼ਨ ਗਵਰਨਮੈਂਟ ਵੀ ਕਰਦੀ ਹੈ ਐਂਡ ਪ੍ਰਾਈਵੇਟ ਸੈਕਟਰ ਵੀ ਕਰਦਾ। ਸੈਕੰਡ ਇਜ਼ ਆ ਇਨਵੈਸਟਮੈਂਟ ਐਕਸਪੈਂਡੀਚਰ, ਕਹਿੰਦੇ ਆਪਾਂ ਇਨਵੈਸਟਮੈਂਟ ਤੇ ਵੀ ਐਕਸਪੈਂਡੀਚਰ ਕਰਦੇ ਹਾਂ। ਪ੍ਰੋਡਿਊਸਰਸ ਜਦੋਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਨੀ ਹੋਵੇ ਤਾਂ ਉਹ ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕਰਦਾ। ਫੈਕਟਰ ਆਫ ਪ੍ਰੋਡਕਸ਼ਨ ਮੀਨਸ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਤਾਂ ਉਹਨਾਂ ਦੀ ਬਦਲੀ ਉਹਨੂੰ ਕੀ ਕਰਨੀ ਪੈਂਦੀ ਆ, ਕਾਸਟ ਪੇ ਕਰਨੀ ਪੈਂਦੀ ਆ। ਤਾਂ ਉਹ ਕਾਸਟ ਕੀ ਹੁੰਦੀ ਹੈ, ਜੋ ਉਹ ਪੇ ਕਰਦਾ, ਜੋ ਪੇਮੈਂਟਸ ਕਰਦਾ, ਜਿਵੇਂ ਕਿ ਵੇਜਿਸ ਹੋ ਗਿਆ, ਰੈਂਟ ਹੋ ਗਿਆ, ਇੰਟਰਸਟ ਹੋ ਗਿਆ, ਜਦੋਂ ਉਹ ਪੇਮੈਂਟਸ ਕਰਦਾ ਤਾਂ ਉਹ ਕੀ ਹੋ ਗਿਆ, ਆਪਣਾ ਐਕਸਪੈਂਡੀਚਰ ਹੋ ਗਿਆ। दिस इज द इन्वेस्टमेंट एक्सपेंडिचर। इन्वेस्टमेंट एक्सपेंडिचर कहते एक आएगा ग्रॉस डोमैस्टिक फिक्सड कैपिटल फॉर्मेशन। जो फिक्सड कैपिटल फॉर्मेशन की जाती है कि आपने एनी कैपिटल है जी वो इन्वेस्ट करनी ही करनी है। तो जो दूसरा जो आपने अपनी जो बिजनेस है फर्म्स ने उन्होंने स्टॉक में जो चेंज करना है, इन्वेंटरी स्टॉक में देखते हुए जो इन्वेस्टमेंट करते हैं, ये नैट एक्सपोर्ट्स आते हैं। नैट एक्सपोर्ट्स जो आप एक्सपोर्ट्स में इंक्रीज करना तो उन्होंने पे इन्वेस्टमेंट करते हैं। डिफरेंट टाइप्स ऑफ इन्वेस्टमेंट जो आप एक्सपेंडिचर करेंगे, दिस इज अ इन्वेस्टमेंट एक्सपेंडिचर। नाउ द गवर्नमेंट एक्सपेंडिचर, जिवें कि मैं तुहानूं पहला भी दसता कि गवर्नमेंट एक्सपेंडिचर्स ने जिहड़े वो कंजम्पशन एंड इन्वेस्टमेंट्स दोनों के हो सकते हैं। गवर्नमेंट भी की करती है, डिफरेंट टाइप्स ऑफ जो अपने एक्सपेंडिचर्स ने वो करती है, वो सोशल वैलफेयर के लिए एक्सपेंडिचर करती है, जिवें कि एजुकेशन एंड हैल्थ फैसिलिटीज़ से एक्सपेंडिचर करती है। तद कहते ये सारे जो एक्सपेंडिचर्स ने एक गवर्नमेंट फाइनल कंजम्पशन एक्सपेंडिचर हो गया, गवर्नमेंट रोड से एक्सपेंडिचर कर दिया, गवर्नमेंट हॉस्पिटल्स, एजुकेशन एंड गवर्नमेंट सब्सिडीज पे खर्चा कर दिया, गवर्नमेंट फूड FDI फूड डिस्ट्रीब्यूशन सिस्टम जो PDS है पब्लिक डिस्ट्रीब्यूशन सिस्टम उससे खर्चा कर दिया। कहते इंप्लॉयज़ को गवर्नमेंट किया कंपनसेशन दी है, परचेज अब्रॉड के विचों परचेज कर दिया, काफ़ी टैक्नोलॉजी भी या अदर गुड्स भी कहते जिहदे थ्रू जो गवर्नमेंट्स के खर्चे ने वो हो जाते हैं। तो डिफरेंट टाइप्स ऑफ जो गिफ्ट्स वगैरह ने वो भी गवर्नमेंट के थ्रू दिते जाते हैं, ठीक है। एंड उस तो बाद है तुहाडा नैट एक्सपोर्ट्स। नैट एक्सपोर्ट्स का मतलब की होंदा, एक्सपोर्ट्स का मतलब होंदा है कि आप जो भी गुड्स एंड सर्विसेज को बाहर भेजते हैं, अपनी जो डोमैस्टिक गुड्स ने उन्होंने प्रोडक्शन तो बाद जो वो बच जाती हैं तो अपन बाहर एक्सपोर्ट करते हैं। तो एक्सपोर्ट नैट एक्सपोर्ट्स की होंदा, नैट एक्सपोर्ट्स कैलकुलेट करांगे आप एक्सपोर्ट्स माइनस इंपोर्ट। जो आप जो चीज़ा बाहर भेजते हैं उन्होंने माइनस करांगे, जो चीज़ा इंपोर्ट करते हैं इधर मंगवाने उन्होंने जो इंपोर्ट माइनस करांगे एक्सपोर्ट के विचों, तो जो साडे कोल बच जाएगा दैट इज़ अ नैट एक्सपोर्ट। नैट एक्सपोर्ट्स कहते डिफरेंस है बिटवीन द एक्सपोर्ट एंड इंपोर्ट। कहते एक्सपोर्ट्स के विच जो आप एक्सपोर्ट्स नूं करन दे लई आपां गुड्स की प्रोडक्शन करते तो गुड्स की प्रोडक्शन से कहते अपने ਜਿਹੜੇ नॉन फैक्टर सबसिडीज ने जो आप उन्होंने लैंड फैक्टर गुड्स एंड नॉन फैक्टर सबसिडीज से जो भी साडा खर्चा होंदा पेमेंट्स होंदियां ने, तद कहते जिवें कि जूट हो गया, टैक्सटाइल टी पर्ल्स हो गया, तद कहते आप दूसरे वर्ड के इन्होंने भेजते हैं या मंगवाने तो साडा इस ते खर्चा आउंदा है, बेचण ते भी आउंदा है, प्रोड्यूस करन ते भी आउंदा है, ठीक है। तो ये भी जिहड़ा नैट एक्सपोर्ट एक्सपेंडिचर है ये भी जिहड़ा है कैलकुलेट होएगा। तो एक्सपेंडिचर मैथड के विच ये 4 तरह के जोड़े एक्सपेंडिचर्स ने ये कैलकुलेट होंगे ने। जो आप इन्होंने 4 प्लस करांगे कंजम्पशन एक्सपेंडिचर, इन्वेस्टमेंट एक्सपेंडिचर अपना गवर्नमेंट एक्सपेंडिचर एंड नैट एक्सपेंडिचर, चारां दा प्लस करांगे, चारां दे जो भी एक्सपेंडिचर होया है तो साडी जिहड़ी अपनी नैशनल इनकम है वो कैलकुलेट हो जाएगी। अगर अपने ग्रॉस डोमैस्टिक प्रोडक्ट एट मार्केट प्राइस कटनी आ, GDP एट मार्केट प्राइस कटनी है, तब आप प्राइवेट फाइनल कंजम्पशन प्लस गवर्नमेंट फाइनल कंजम्पशन प्लस ग्रॉस डोमैस्टिक कैपिटल फॉर्मेशन प्लस नैट एक्सपोर्ट्स चारों प्लस करांगे, साडी GDP एट मार्केट प्राइस से भी हो जाएगी, कैलकुलेट हो जाएगी। अगर आपने नैट नैशनल प्रोडक्ट एट मार्केट प्राइस करना है तो ग्रॉस जी है अपनी
ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ, ਉਹਦੇ ਵਿੱਚੋਂ ਮਾਈਨਸ ਕਰਾਂਗੇ ਡੈਪਰੀਸੀਏਸ਼ਨ, ਸਾਡੀ ਨੈਟ ਜਿਹੜੀ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਉਹ ਨਿਕਲ ਆਏਗੀ। ਅਗਰ ਆਪਾਂ ਨੇ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਕੱਢਣਾ ਹੈ, ਨੈਸ਼ਨਲ ਇਨਕਮ ਕੱਢਣੀ ਆ, ਤਦ ਆਪਾਂ ਜਿਹੜੀ ਜੀਡੀਪੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ, ਜੋ ਇਸ ਤਰ੍ਹਾਂ ਕੈਲਕੂਲੇਟ ਹੋ ਜਾਏਗੀ C+G+N(x) ਨੂੰ ਪਲੱਸ ਕਰਕੇ, ਉਹਦੇ ਵਿੱਚ ਆਪਾਂ ਜਦ ਇਨਕਮ ਫਰੋਮ ਅਬਰੋਡ ਕਰਾਂਗੇ ਤਦ ਸਾਡੀ ਜਿਹੜੀ ਨੈਸ਼ਨਲ ਇਨਕਮ ਹੈ ਉਹ ਕੀ ਹੋ ਜਾਏਗੀ, ਮਾਰਕੀਟ ਪ੍ਰਾਈਸ ਤੇ ਕੈਲਕੂਲੇਟ ਹੋ ਜਾਏਗੀ। ਤਦ ਕਹਿੰਦੇ ਆਪਾਂ ਮੇਜਰਮੈਂਟ ਆਫ ਨੈਸ਼ਨਲ ਇਨਕਮ ਨੂੰ ਜਿਹੜਾ ਐਕਸਪੈਂਡੀਚਰ ਮੈਥਡ ਹੈ ਉਹਦੇ ਥਰੂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ ਪਲੱਸ ਗ੍ਰੋਸ ਕੰਜ਼ੰਪਸ਼ਨ ਐਕਸਪੈਂਡੀਚਰ ਪਲੱਸ ਨੈਟ ਐਕਸਪੋਰਟਸ। ਤਦ ਇਹਨਾਂ ਦੇ ਥਰੂ ਆਪਾਂ ਜਿਹੜੀ ਆਪਣੀ ਹੈ ਨੈਸ਼ਨਲ ਇਨਕਮ ਉਹਨੂੰ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਇੱਕ ਹੈ ਆਪਣਾ ਇਹ ਐਕਸਪੈਂਡੀਚਰ ਮੈਥਡ। ਤਾਂ ਉਸ ਤੋਂ ਬਾਅਦ ਹੈ ਆਪਣਾ ਇਨਕਮ ਮੈਥਡ, ਕਿ ਆਪਾਂ ਇਨਕਮ ਮੈਥਡ ਦੇ ਥਰੂ ਜਿਹੜੀ ਆਪਣੀ ਨੈਸ਼ਨਲ ਇਨਕਮ ਹੈ ਉਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਇਨਕਮ ਮੈਥਡ ਇਜ਼ ਆਲਸੋ ਕਾਲਡ ਡਿਸਟ੍ਰੀਬਿਊਟਡ ਸ਼ੇਅਰ ਮੈਥਡ, ਇਹਨੂੰ ਆਪਾਂ ਡਿਸਟ੍ਰੀਬਿਊਟਡ ਸ਼ੇਅਰ ਮੈਥਡ ਵੀ ਕਹਿੰਦੇ ਆ ਐਂਡ ਫੈਕਟਰ ਪੇਮੈਂਟ ਮੈਥਡ ਵੀ ਕਹਿੰਦੇ ਆ। ਫੈਕਟਰ ਪੇਮੈਂਟ ਮੈਥਡ ਮੀਨਸ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨ ਨੇ, ਲੈਂਡ ਲੇਬਰ ਕੈਪੀਟਲਸ, ਉਹਨਾਂ ਦੇ ਬਦਲੇ ਉਹ ਸਬਸਿਡੀ ਲੈਣ ਬਦਲੇ ਜਦੋਂ ਕੋਈ ਵੀ ਪ੍ਰੋਡਿਊਸਰਸ ਕਹਿੰਦੇ ਉਹਨਾਂ ਨੂੰ ਜੋ ਵੀ ਪੇਮੈਂਟ ਕਰੇਗਾ ਕੰਜ਼ਿਊਮਰ ਸੈਕਟਰਸ ਨੂੰ, ਤਾਂ ਉਹ ਪੇਮੈਂਟਸ ਉਹਨਾਂ ਦੀ ਕੀ ਹੋਣਗੀ, ਇਨਕਮ ਹੋਗੀ। ਤਾਂ ਉਹ ਉਸ ਪੇਮੈਂਟਸ ਨੂੰ ਦੇਖੇਗਾ ਕਿ ਕਿੰਨੀ ਉਹਨਾਂ ਨੇ ਪੇਮੈਂਟ ਕੀਤੀ ਆ, ਤਾਂ ਉਹੀ ਦੂਸਰੇ ਦੀ ਕੀ ਹੋਏਗੀ, ਇਨਕਮ ਹੋਏਗੀ। ਤਾਂ ਉਸਨੂੰ ਕੀ ਕਰੇਗਾ, ਉਹ ਕੈਲਕੂਲੇਟ ਕਰੇਗਾ। ਤਾਂ ਸਾਡੀ ਜਿਹੜੀ ਹੈ ਇਨਕਮ ਮੈਥਡ ਦੇ ਥਰੂ ਨੈਸ਼ਨਲ ਇਨਕਮ ਕੈਲਕੂਲੇਟ ਹੋ ਸਕਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਡੈਫੀਨੇਸ਼ਨ ਆਫ ਇਨਕਮ ਮੈਥਡ। ਇਨਕਮ ਮੈਥਡ ਇਜ਼ ਦੈਟ ਮੈਥਡ ਵਿਚ measures national income in terms of payment made in the form of wages, rent, interest and profit to the primary factor of production। ਕਹਿੰਦੇ ਜਦੋਂ ਪ੍ਰਾਇਮਰੀ ਫੈਕਟਰ ਆਫ ਪ੍ਰੋਡਕਸ਼ਨਸ ਦੇ ਬਦਲੇ ਆਪਾਂ ਕੀ ਕਰਦੇ ਆ, ਪੇਮੈਂਟਸ ਕਰਦੇ ਆ, ਵੇਜਿਸ ਦਿੰਦੇ ਆ, ਰੈਂਟ ਦਿੰਦੇ ਆ, ਇੰਟਰਸਟ ਦਿੰਦੇ ਆ, ਪ੍ਰੋਫਿਟ ਦਿੰਦੇ ਆ, ਲੇਬਰ, ਲੈਂਡ ਕੈਪੀਟਲ ਐਂਡ ਐਂਟਰਪ੍ਰੀਨਿਓਰਸ ਨੂੰ, ਤਾਂ ਉਹਨਾਂ ਦੀਆਂ ਜੋ ਵੀ ਪ੍ਰੋਡਕਟਿਵ ਸਬਸਿਡੀਜ਼ ਨੇ ਉਹਨਾਂ ਨੂੰ ਅਕਾਊਂਟ ਕਰਦੇ ਆ, ਅਕਾਊਂਟਿੰਗ ਈਅਰ ਦੇ ਵਿੱਚ ਦੇਖਦੇ ਆ ਉਹਦੇ ਪੇਮੈਂਟਸ ਨੂੰ, ਤਦ ਉਹਨਾਂ ਨੂੰ ਆਪਾਂ ਇਨਕਮ ਮੈਥਡ ਦੇ ਥਰੂ ਉਸ ਦੇ ਦੁਆਰਾ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰ ਸਕਦੇ ਹਾਂ। ਤਦ ਕਹਿੰਦੇ ਜਿਹੜੀ ਫੈਕਟਰ ਇਨਕਮ ਹੈ, ਫੈਕਟਰ ਇਨਕਮ ਦੇ ਥਰੂ ਜੋ ਵੀ ਫੈਕਟਰਸ ਨੇ ਉਹਨਾਂ ਨੂੰ ਜੋ ਇਨਕਮ ਬਣਦੀ ਹੈ, ਫੈਕਟਰਸ ਨੂੰ ਆਪਣੀ ਸਬਸਿਡੀ ਦੇ ਬਦਲੇ ਇਨਕਮ ਬਣਦੀ ਹੈ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ, ਉਸ ਫੈਕਟਰਸ ਦੀ ਇਨਕਮ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ। ਕਿਉਂਕਿ ਜਦੋਂ ਵੀ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਇਹ 4 ਫੈਕਟਰਸ ਇਨਵੋਲਵ ਹੁੰਦੇ ਨੇ, ਜਿਵੇਂ ਕਿ ਲੇਬਰ ਹੈ, ਲੇਬਰ ਨੂੰ ਕਹਿੰਦੇ ਉਹਨਾਂ ਦੀ ਸਬਸਿਡੀ ਦੇ ਬਦਲੇ ਰਿਸਿਪਟਸ ਮਿਲਦੀਆਂ ਨੇ, ਜਿਹੜੀ ਹੈ ਆਪਣੀ ਟ੍ਰਾਂਸਫਰ ਪੇਮੈਂਟਸ ਮਿਲਦੀਆਂ ਨੇ, ਟ੍ਰਾਂਸਫਰ ਪੇਮੈਂਟਸ ਦੇ ਜਿਹੜੇ ਰਿਸਿਪਟਸ ਨੇ ਉਹ ਉਹਨਾਂ ਦੀ ਕੀ ਹੁੰਦੀ ਹੈ, ਇਨਕਮ ਹੁੰਦੀ ਆ। ਕਹਿੰਦੇ ਬ੍ਰੌਡਲੀ ਇਹਦੇ ਵਿੱਚ ਕਹਿੰਦੇ ਜਿਹੜੀਆਂ ਹੈ ਆਪਣੀ ਫੈਕਟਰ ਇਨਕਮ, ਇਹ 4 ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਆ। ਫਰਸਟ ਇਜ਼ ਦਾ compensation of employees, second is the gross operating surplus, third is the income of self-employed, and fourth is the tax on production and import less subsidies on production। First is the compensation of employee। ਇੰਪਲੋਏ ਨੂੰ ਜੋ ਵੀ ਕੰਪਨਸੇਸ਼ਨਸ ਮਿਲਦੀਆਂ ਨੇ, ਕਹਿੰਦੇ ਕੰਪਨਸੇਸ਼ਨ ਆਫ ਇੰਪਲੋਏ ਦੇ ਵਿੱਚ ਕੀ ਹੁੰਦਾ, ਕੰਪਨਸੇਸ਼ਨ ਕਿਸ ਤਰ੍ਹਾਂ ਇੰਪਲੋਇਜ਼ ਨੂੰ ਮਿਲੇਗੀ, ਜਿਵੇਂ ਕਿ ਵੇਜਿਸ ਐਂਡ ਵੇਜਿਸ ਹੋ ਗਿਆ, ਉਹਨਾਂ ਦੇ ਕੋਲ ਕੈਜੂਅਲ ਵੇਜਿਸ ਹੋ ਗਿਆ, ਜਾਂ ਫਿਰ ਸੈਲਰੀ ਇਨ ਕੈਸ਼ ਹੋ ਗਿਆ, ਪੇਮੈਂਟ ਇਨ ਕਾइंड ਕਿਸੇ ਵੀ ਤਰ੍ਹਾਂ ਦੀ ਪੇਮੈਂਟ ਹੋਗੀ। ਇੰਪਲੋਇਰਸ ਕਹਿੰਦੇ ਜੋ ਆਪਣੀ ਸਿਕਿਉਰਿਟੀ ਹੈ ਉਹਨਾਂ ਨੂੰ ਸਿਕਿਉਰਿਟੀ ਮਿਲੀ, ਸਿਕਿਉਰਿਟੀ ਸਕੀਮਸ ਦੇ ਅੰਡਰ ਸੋਸ਼ਲ ਸਿਕਿਉਰਿਟੀ ਮਿਲੀ, ਠੀਕ ਹੈ, ਪੈਨਸ਼ਨ ਔਰ ਰਿਟਾਇਰਮੈਂਟ ਮਿਲੇਗੀ, ਜੋ ਵੀ ਕਹਿੰਦੇ ਕੰਪਨਸੇਸ਼ਨ ਇੰਪਲੋਇਰਸ ਨੂੰ ਮਿਲੇਗੀ, ਉਹ ਉਸ ਨੂੰ ਆਪਾਂ ਉਹਦੀ ਕੀ ਮੰਨਾਂਗੇ, ਇਨਕਮ ਮੰਨਾਂਗੇ ਇੰਪਲੋਇਜ਼ ਦੀ। ਤਾਂ ਨੈਸ਼ਨਲ ਇਨਕਮ ਦੇ ਵਿੱਚ ਉਹ ਕੀ ਹੋਏਗੀ, ਕੈਲਕੂਲੇਟ ਹੋਏਗੀ। ਤਾਂ ਇੱਕ ਤਾਂ ਆਪਾਂ ਲਵਾਂਗੇ ਕੰਪਨਸੇਸ਼ਨ ਆਫ ਇੰਪਲੋਏ, ਠੀਕ ਹੈ, ਜਿੰਨੇ ਵੀ ਇੰਪਲੋਇਜ਼ ਨੇ ਉਹਨਾਂ ਨੂੰ ਜੋ ਵੀ ਕੰਪਨਸੇਸ਼ਨ ਮਿਲਣਗੀਆਂ ਉਹ ਐਡ ਹੋਣਗੀਆਂ। ਦੂਸਰਾ ਹੈ ਆਪਰੇਟਿੰਗ ਸਰਪਲਸ, ਗ੍ਰੋਸ ਆਪਰੇਟਿੰਗ ਸਰਪਲਸ। ਆਪਰੇਟਿੰਗ ਸਰਪਲਸ ਦੇ ਵਿੱਚ ਕਹਿੰਦੇ ਇਨਕਲੂਡ ਹੁੰਦਾ ਇਨਕਮ ਫਰੋਮ ਦਾ ਪ੍ਰੋਪਰਟੀ ਐਂਡ ਐਂਟਰਪ੍ਰੀਨਿਓਰਸ਼ਿਪ, ਕਹਿੰਦੇ ਜੋ ਵੀ ਆਪਣੇ ਪ੍ਰੋਪਰਟੀ ਹੁੰਦੀ ਆ ਤੇ ਐਂਟਰਪ੍ਰੀਨਿਓਰਸ਼ਿਪ ਦੀ ਇਨਕਮ ਹੁੰਦੀ ਆ, ਠੀਕ ਹੈ, ਪ੍ਰੋਪਰਟੀ ਦੀ ਇਨਕਮ ਹੋ ਗਿਆ, ਐਂਟਰਪ੍ਰੀਨਿਓਰਸ਼ਿਪ ਦੀ ਇਨਕਮ ਹੋ ਗਿਆ। ਕਹਿੰਦੇ ਬੋਥ ਪ੍ਰਾਈਵੇਟ ਐਂਡ ਗਵਰਨਮੈਂਟ ਸੈਕਟਰ, ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਦੋਨਾਂ ਦੀ ਜਿਹੜੀ ਇਨਕਮ ਹੁੰਦੀ ਹੈ ਇਸ ਤਰ੍ਹਾਂ ਦੀ, ਉਹ ਕੀ ਹੁੰਦੀ ਹੈ, ਇਹਦੇ ਵਿੱਚ ਐਡ ਹੁੰਦੀ ਹੈ। ਕਹਿੰਦੇ ਬਟ देयर इज नो ਆਪਰੇਟਿੰਗ ਸਰਪਲਸ ਇਨ ਜਨਰੇਟਿੰਗ ਗਵਰਨਮੈਂਟ ਸੈਕਟਰ, ਪਰ ਕਹਿੰਦੇ ਇੱਥੇ ਕੋਈ ਵੀ ਜਿਹੜੀ ਹੈ ਆਪਣੀ ਆਪਰੇਟਿੰਗ ਸਰਪਲਸ ਨਹੀਂ ਲੈ ਕੇ ਆਉਂਦਾ, ਕਿਹੜਾ, ਗਵਰਨਮੈਂਟ ਸੈਕਟਰ। ਕਹਿੰਦੇ ਆਪਰੇਟਿੰਗ ਸਰਪਲਸ ਦੇ ਵਿੱਚ ਕਹਿੰਦੇ ਇਨਕਲੂਡ ਹੋਣਗੀਆਂ ਕਿਹੜੀਆਂ ਆਈਟਮਸ, ਜਿਵੇਂ ਕਿ ਰੈਂਟ ਹੋ ਗਿਆ, ਇੰਟਰਸਟ ਹੋ ਗਿਆ, ਪ੍ਰੋਫਿਟ ਹੋ ਗਿਆ, ਠੀਕ ਹੈ, ਪ੍ਰੋਫਿਟ ਦੇ ਵਿੱਚ ਡਿਵਾਈਡਡ ਹੋ ਗਿਆ, ਕਾਰਪੋਰੇਸ਼ਨ ਟੈਕਸ ਹੋ ਗਿਆ, ਸੇਵਿੰਗ ਆਫ ਐਂਟਰਪ੍ਰੀਨਿਓਰਸ ਐਂਡ ਡਿਸਟ੍ਰੀਬਿਊਸ਼ਨ ਪ੍ਰੋਫਿਟਸ। ਕਹਿੰਦੇ ਇਹ ਜਿਹੜੀਆਂ ਪੇਮੈਂਟਸ ਨੇ ਇਹ ਆਉਣਗੀਆਂ। ਐਂਡ ਨੈਕਸਟ ਇਜ਼ ਦਾ ਮਿਕਸਡ ਇਨਕਮ, ਇਹਦੇ ਵਿੱਚ ਹੋਏਗੀ ਮਿਕਸਡ ਇਨਕਮਸ ਹੋ ਗਏ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ ਜਦੋਂ ਪ੍ਰੋਡਿਊਸ ਕਰਦਾ ਗੁड्स एंड सर्विसेज ਨੂੰ, ਤਾਂ ਉਹ ਸੈਲਫ ਇੰਪਲੋਇਡ ਮੀਨਸ ਸੈਲਫ ਇੰਪਲੋਇਡ ਖੁਦ
ਇਨਕਮ ਆਫ ਸੈਲਫ ਇੰਪਲੋਇਜ਼ ਦੇ ਵਿੱਚ ਆ ਗਿਆ ਮਿਕਸਡ ਇਨਕਮ, ਮੀਨਸ ਆਪ ਇਨਵੋਲਵ ਹੋ ਕੇ ਕਰਦਾ ਉਹ ਆਪਣੇ ਆਪ ਨੂੰ ਐਜ਼ ਏ ਲੇਬਰ, ਐਜ਼ ਏ ਮਤਲਬ ਕੋਈ ਵੀ ਇੰਸਟਰੂਮੈਂਟ, ਕੋਈ ਵੀ ਰਿਸੋਰਸ ਮੰਗੇ, ਜਿਵੇਂ ਕਿ ਮੇਰੀ ਖੁਦ ਦੀ ਕੰਪਨੀ ਹੈ, ਮੈਂ ਬਾਹਰ ਤੋਂ ਹਾਇਰ ਨਾ ਕਰਕੇ ਕਰਦੇ ਹੋਏ ਖੁਦ ਉਸ ਦੇ ਵਿੱਚ ਮੈਨੇਜਰ ਹਾਂ, ਜਾਂ ਮੈਂ ਖੁਦ ਉਸ ਦੇ ਵਿੱਚ ਕੋਈ ਮਸ਼ੀਨ ਤੇ ਵਰਕ ਕਰ ਰਿਹਾ, ਜਾਂ ਅਕਾਊਂਟਿੰਗ ਦਾ ਕੰਮ ਖੁਦ ਕਰ ਰਿਹਾ, ਤਾਂ ਇਹ ਕੀ ਹੋ ਗਿਆ ਇਨਕਮ ਆਫ ਸੈਲਫ ਇੰਪਲੋਇਡ, ਮੀਨਸ ਉਸ पर्टिकुलर टाइम ਦੇ ਵਿੱਚ ਮੈਂ ਖੁਦ ਹੀ ਸੈਲਫ ਇੰਪਲੋਇਡ ਆਪਣੀ ਕੰਪਨੀ ਦੇ ਵਿੱਚ, ਤਾਂ ਮੇਰੀ ਵੀ ਜੋ ਹੈ ਇਨਕਮ ਉਹ ਕੀ ਹੋਏਗੀ ਉੱਥੇ ਕੈਲਕੂਲੇਟ ਹੋਏਗੀ। ਦੈਨ ਨੈਟ ਇਨਕਮ ਫਰੋਮ ਅਬਰੋਡ, ਕਹਿੰਦੇ ਇਹਦੇ ਵਿੱਚ ਟੈਕਸ ਔਨ ਪ੍ਰੋਡਕਸ਼ਨ ਐਂਡ ਇੰਪੋਰਟ ਲੈਸ ਸਬਸਿਡੀਜ਼ ਔਨ ਪ੍ਰੋਡਕਸ਼ਨਸ, ਮੀਨਸ ਇਹਦੇ ਵਿੱਚ ਜੋ ਵੀ ਆਪਣੀ ਨੈਟ ਇਨਕਮ ਹੈ ਇਨਕਮ ਫਰੋਮ ਅਬਰੋਡ ਤੋਂ ਉਹ ਵੀ ਕੀ ਹੋਏਗੀ ਪਲੱਸ ਹੋਏਗੀ। net income from abroad है जो वो की होगी डिफरेंस बिटवीन द इनकम रिसीव्ड फ्रॉम abroad of rendering factor subsidies and income paid for the factor subsidies rendered by the non resident in the domestic, जो उधर अपने कमा रहे ने पर्सनस ते इधर जो फॉरनर कमा रहे से, जो ਉਹਨਾਂ ਦਾ ਦੋਨਾਂ ਦਾ ਮਾਈਨਸ ਕਰਾਂਗੇ ਤਾਂ ਸਾਡੀ ਜੋ ਨੈਟ ਇਨਕਮ ਫਰੋਮ ਅਬਰੋਡ ਹੈ ਉਹ ਕੀ ਹੋ ਜਾਏਗੀ, ਸਾਨੂੰ ਪਤਾ ਲੱਗ ਜਾਏਗੀ, ਉਹਦੇ ਵਿੱਚ ਕੀ ਹੋਏਗੀ ਪਲੱਸ ਹੋਏਗੀ। ਦੈਨ ਕਹਿੰਦੇ ਆਪਾਂ ਨੈਟ ਨੈਸ਼ਨਲ ਇਨਕਮ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਇਹਨਾਂ 4 इंस्ट्रूमेंट्स के थ्रू, कहते नेट नेशनल इनकम इज इक्वल टू नेट डोमेस्टिक इनकम प्लस नेट इनकम फ्रॉम अब्रॉड ग्रॉस नेशनल इनकम, नेट नेशनल इनकम प्लस डेप्रिसिएशन एंड नेट नेशनल प्रोडक्ट एट मार्केट प्राइस कितना कैलकुलेट होएगा, नेट नेशनल इनकम प्लस नेट इनडायरेक्ट टैक्सेस, कहते इन्हों जरूर प्लस करांगे तो साडी जिहड़ी इनकम मैथड है वो निकल जाएगी। मतलब जो प्राइमरी सैकेंडरी एंड टर्शरी सैक्टर्स है उन्होंने तिन्हों के जो भी कहते साडी इनकम जनरेट हो रही है तो वह प्लस करांगे तो साडी जिहड़ी नैशनल इनकम है इसके थ्रू की हो जाएगी कैलकुलेट हो जाएगी। दिस इज द सैकेंड मैथड, दिस इज द इनकम मैथड। एंड उस तो बाद है साडा वैल्यू एडेड मैथड, जिन्हों आपां की कहने प्रोडक्ट मैथड भी कहने हैं। तो वैल्यू एडेड the प्रोडक्ट मैथड की है, कहते प्रोडक्ट मैथड और वैल्यू एडेड मैथड इज दैट मैथड which measure the national income by estimating the contribution of each producing enterprises to production in the domestic territory of the country in an accounting year। भी किसी भी एक accounting years ਦੇ ਵਿੱਚ ਜੋ total productions ਹੁੰਦੀ ਆ all sectors ਦੇ through ਕਹਿੰਦੇ ਉਹਨਾਂ ਦੀ ਪ੍ਰੋਡਕਸ਼ਨਸ ਦੀ ਵੈਲਿਊ ਨੂੰ ਜੱਜ ਕਰਨਾ ਆਪਣੀ ਡੋਮੈਸਟਿਕ ਟੈਰੀਟਰੀ ਦੇ ਵਿੱਚ, ਕੰਟਰੀ ਦੇ ਵਿੱਚ, ਕਹਿੰਦੇ ਤਾਂ ਉਹ ਵੈਲਿਊ ਨੂੰ ਜੱਜ ਕਰਕੇ ਕਹਿੰਦੇ ਕਿ ਆਪਾਂ ਜਿਹੜੀ ਆਪਣੀ ਵੈਲਿਊ ਐਡਡ ਦੇ ਮੈਥਡ ਦੇ ਥਰੂ ਜੋ ਵੀ ਹੈ ਆਪਣੀ ਨੈਸ਼ਨਲ ਇਨਕਮ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਸਟੈਪਸ ਨੇ, ਕਲਾਸੀਫਿਕੇਸ਼ਨ ਕਹਿੰਦੇ ਜਿਹੜੀ ਹੈ ਆਪਣੀ ਆਇਡੈਂਟੀਫਿਕੇਸ਼ਨ ਐਂਡ ਕਲਾਸੀਫਿਕੇਸ਼ਨ ਆਫ ਪ੍ਰੋਡਕਟਿਵ ਐਂਟਰਪ੍ਰਾਈਜ਼ਸ, प्रोडक्टिव एंटरप्राइजेस ਨੂੰ ਕਹਿੰਦੇ 3 ਲੈਵਲਸ ਤੇ ਇਹਨਾਂ ਨੇ ਡਿਵਾਈਡ ਕੀਤਾ ਹੈ, ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਐਂਡ ਟਰਸ਼ਰੀ ਸੈਕਟਰਸ। ਕਹਿੰਦੇ ਆਪਣੀ ਇਕਨੋਮੀ ਦੇ ਵਿੱਚ 3 ਸੈਕਟਰਸ ਪਾਏ ਜਾਂਦੇ ਨੇ। ਪ੍ਰਾਇਮਰੀ ਸੈਕਟਰ ਇਜ਼ ਦਾ ਐਗਰੀਕਲਚਰ ਸੈਕਟਰ ਐਂਡ ਸੈਕੰਡਰੀ ਸੈਕਟਰ ਇਜ਼ ਦਾ ਇੰਡਸਟਰੀਅਲ ਸੈਕਟਰ ਐਂਡ ਜਿਹੜਾ ਆਪਣਾ ਥਰਡ ਹੈ ਟਰਸ਼ਰੀ ਸੈਕਟਰ ਇਜ਼ ਦਾ ਸਰਵਿਸ ਸੈਕਟਰ ਜੋ ਗਵਰਨਮੈਂਟ ਦੇ ਅੰਡਰ ਆਉਂਦਾ ਹੈ। ਠੀਕ ਹੈ, ਤਾਂ ਪ੍ਰਾਇਮਰੀ ਸੈਕਟਰਸ ਦੇ ਵਿੱਚ ਕਹਿੰਦੇ ਸਾਰੀਆਂ ਐਕਟੀਵਿਟੀਜ਼ ਐਗਰੀਕਲਚਰ ਐਂਡ ਅਲਾਈਡ ਐਕਟੀਵਿਟੀਜ਼ ਹੋਣਗੀਆਂ, ਜਿਨ੍ਹਾਂ ਦੇ ਵਿੱਚ ਕਹਿੰਦੇ ਕੀ ਹੋਏਗੀ ਐਕਸਪਲੋਇਟਿੰਗ ਆਫ ਨੈਚੁਰਲ ਰਿਸੋਰਸਿਸ ਹੋਏਗੀ, ਜਿਨ੍ਹਾਂ ਦੇ ਵਿੱਚ ਸਬ ਸੈਕਟਰਸ ਦੇ ਵਿੱਚ ਜਿਹੜੇ ਗੁੱਡਸ ਨੇ ਉਹਨਾਂ ਨੂੰ ਐਕਸਪਲੋਇਟ ਕਰਕੇ ਨੈਚੁਰਲ ਰਿਸੋਰਸਿਸ ਮੀਨਸ ਲੈਂਡ, ਲੇਬਰ, ਲੈਂਡ, ਵਾਟਰ ਐਂਡ ਫੋਰੈਸਟ ਮਾਈਨਸ ਨੂੰ ਇਹਦੇ ਵਿੱਚ ਯੂਜ਼ ਕੀਤਾ ਜਾਏਗਾ ਤੇ ਉਹਨਾਂ ਦੇ ਥਰੂ ਜਦੋਂ ਕੋਈ ਵੀ ਫਾਈਨਲ ਜਾਂ ਇੰਟਰਮੀਡੀਏਟ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਏਗਾ। ਸੈਕੰਡਰੀ ਸੈਕਟਰਸ ਦੇ ਵਿੱਚ ਕਹਿੰਦੇ ਮੈਨੂਫੈਕਚਰਿੰਗ ਸੈਕਟਰ ਵੀ ਬੋਲਿਆ ਜਾਂਦਾ ਹੈ। ਇਹਦੇ ਵਿੱਚ ਕੀ ਹੋਏਗਾ ਕਹਿੰਦੇ ਕਮੋਡਿਟੀਜ਼ ਨੇ ਜਿਹੜੀ ਡਿਫਰੈਂਟ ਟਾਈਪਸ ਆਫ ਕਮੋਡਿਟੀਜ਼ ਲਾਈਕ ਕਹਿੰਦੇ ਕਲੋਥ ਹੋ ਗਏ, ਸ਼ੂਗਰ ਹੋ ਗਿਆ, ਆਪਣੇ ਬਿਸਕਿਟ ਹੋ ਗਏ, ਬ੍ਰੈਡ ਹੋ ਗਏ, ਕੋਕ ਹੋ ਗਿਆ, ਉਹਨੂੰ ਕੀ ਕੀਤਾ ਜਾਏਗਾ ਪ੍ਰੋਡਿਊਸ ਕੀਤਾ ਜਾਏਗਾ। ਐਂਡ ਟਰਸ਼ਰੀ ਸੈਕਟਰਸ ਨੂੰ ਸਬਸਿਡੀ ਸੈਕਟਰ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਬੈਂਕਿੰਗ ਆ ਜਾਂਦਾ, ਇੰਸ਼ੋਰੈਂਸ ਆ ਜਾਂਦੀ ਹੈ, ਟਰਾਂਸਪੋਰਟ ਆ ਜਾਂਦਾ, ਕਮਿਊਨੀਕੇਸ਼ਨ ਆ ਜਾਂਦੀ ਹੈ, ਟ੍ਰੇਡ ਆ ਜਾਂਦੀ ਹੈ, ਕਾਮਰਸ ਆ ਜਾਂਦਾ। ਕਹਿੰਦੇ these are 3 sectors ਦੀ ਮਦਦ ਤੋਂ ਆਪਾਂ ਨੈਸ਼ਨਲ ਇਨਕਮ ਨੂੰ ਵੈਲਿਊ ਐਡਡ ਮੈਥਡ ਦੇ ਥਰੂ ਕਰ ਸਕਦੇ ਕੈਲਕੂਲੇਟ ਕਰ ਸਕਦੇ ਹਾਂ। ਤਾਂ what is value added? value added ਹੈ ਕਿ ਕਿਸ ਚੀਜ਼ ਦੀ ਵੈਲਿਊ ਐਡ ਕਰਨੀ ਹੈ। ਕਹਿੰਦੇ ਵੈਲਿਊ ਐਡਡ ਇਜ਼ ਇਕੁਅਲ ਟੂ ਵੈਲਿਊ ਆਫ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ। ਵੈਲਿਊ ਇਹਦੇ ਵਿੱਚ ਵੈਲਿਊ ਕਿਹਦੀ ਲਵਾਂਗੇ ਆਪਾਂ ਫਾਈਨਲ ਗੁੱਡਸ ਦੀ ਲਵਾਂਗੇ, ਇੰਟਰਮੀਡੀਏਟ ਗੁੱਡਸ ਨੂੰ ਇਹਦੇ ਵਿੱਚ ਨਹੀਂ ਲਵਾਂਗੇ। ਕਹਿੰਦੇ ਵੈਲਿਊ ਦਾ ਮਤਲਬ ਕੀ ਪ੍ਰਾਈਸ, ਉਹਨਾਂ ਦੇ ਪ੍ਰੋਡਕਟਸ ਦੀ ਵੈਲਿਊ ਕੀ ਹੈ, ਪ੍ਰਾਈਸ ਕੀ ਹੈ ਜਿਨ੍ਹਾਂ ਨੂੰ ਆਪਾਂ ਨੇ ਪ੍ਰੋਡਿਊਸ ਕੀਤਾ ਹੈ। ਕਹਿੰਦੇ ਉਹਨਾਂ ਦੀ ਵੈਲਿਊ ਨੂੰ ਚੈੱਕ ਕਰਨਾ, ਤਾਂ ਉਸ ਵੈਲਿਊ ਨੂੰ ਕਿੱਦਾਂ ਚੈੱਕ ਕਰਾਂਗੇ ਵੈਲਿਊ ਆਫ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨਸ। what is value of output? It refers to the market value of goods or services produced by the firm during an accounting year। ਜਿੰਨੀਆਂ ਵੀ ਕਹਿੰਦੇ accounting years ਦੇ ਵਿੱਚ goods and services ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਵੈਲਿਊ ਨੂੰ ਕੀ ਕਰਨਾ ਜੱਜ ਕਰਨਾ ਤੇ ਉਹਨਾਂ ਨੂੰ ਇੱਕ ਐਂਟਾਇਰ ਸਾਰੀ ਆਊਟਪੁੱਟ ਨੂੰ ਇੱਕ 1 ਈਅਰ ਦੇ ਵਿੱਚ ਕੀ ਕਰਨਾ ਸੇਲ ਕਰਨਾ। ਤਾਂ ਕੀ ਹੋਏਗਾ ਜਦੋਂ ਆਊਟਪੁੱਟ ਇਕੁਅਲ ਟੂ ਸੇਲਸ ਹੋਏਗੀ, ਮੀਨਸ ਜਿੰਨੀ ਵੀ ਸਾਡੀ ਆਊਟਪੁੱਟ ਹੋਈ ਆ ਉਹ ਸੇਲਸ ਦੇ ਇਕੁਅਲ ਹੋਏਗੀ, ਤਦ ਆਪਾਂ ਕਹਿ ਸਕਦੇ ਹਾਂ
ਕਿ ਸਾਡੀ ਇੰਟਾਇਰ ਆਊਟਪੁੱਟ ਹੈ ਜਿਹੜੀ ਉਹ ਪੂਰੇ 1 ਈਅਰ ਦੇ ਵਿੱਚ ਕੀ ਹੋਗੀ, ਸੇਲ ਹੋਗੀ। ਤਾਂ ਇਹਦੇ ਥਰੂ ਆਪਾਂ ਇਹਦੇ ਵਿੱਚ ਪ੍ਰਾਈਸਿਸ ਦੇਖਦੇ ਹਾਂ, ਵੈਲਿਊ ਆਫ ਆਊਟਪੁੱਟ ਸੇਲਸ ਪਲੱਸ ਚੇਂਜ ਇਨ ਸਟਾਕ ਦੇਖਦੇ ਹਾਂ ਇਹਦੇ ਵਿੱਚ, ਠੀਕ ਹੈ। ਚੇਂਜ ਇਨ ਸਟਾਕ ਮੀਨਸ ਪ੍ਰੀਵੀਅਸ ਸਟਾਕ ਤੇ ਕਰੰਟ ਸਟਾਕ ਦੇ ਵਿੱਚ ਆ ਗਿਆ ਇਹਦੇ ਵਿੱਚ। ਤਾਂ ਇਸ ਦੇ ਵਿੱਚ ਕੀ ਹੋਏਗਾ, ਕਹਿੰਦੇ ਗ੍ਰੋਸ ਡੋਮੈਸਟਿਕ ਜਿਹੜਾ ਪ੍ਰੋਡਕਟ ਹੈ ਐਟ ਮਾਰਕੀਟ ਪ੍ਰਾਈਸ ਤੇ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਇਹਦੇ ਵਿੱਚ gross value added all producing enterprises within the domestic territory of a country during the period of 1 year। ਕਹਿੰਦੇ ਜੀਡੀਪੀ ਨੂੰ ਕੱਢਣ ਦੇ ਲਈ, ਨੈਸ਼ਨਲ ਇਨਕਮ ਨੂੰ ਕੱਢਣ ਦੇ ਲਈ ਆਪਾਂ ਵੈਲਿਊ ਐਡਡ ਮੈਥਡ ਦੇ ਥਰੂ ਜਿਹੜੇ 3 ਸੈਕਟਰਸ ਨੇ, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ, ਉਹਨਾਂ ਦੇ ਵਿੱਚ ਜਿੰਨੀਆਂ ਵੀ ਕਹਿੰਦੇ ਸਾਰੀਆਂ ਪ੍ਰੋਡਕਸ਼ਨ ਹੋਈ ਆ, ਆਲ ਪ੍ਰੋਡਕਸ਼ਨ ਹੋਈ ਆ, ਉਹਨੂੰ ਆਪਾਂ ਕੀ ਕਰਾਂਗੇ, ਪਲੱਸ ਕਰਾਂਗੇ, ਉਹਦੀ ਵੈਲਿਊਜ਼ ਨੂੰ ਪਲੱਸ ਕਰਾਂਗੇ, ਤਾਂ ਆਪਣੀ ਜਿਹੜੀ ਜੀਡੀਪੀ ਹੈ ਮਾਰਕੀਟ ਪ੍ਰਾਈਸ ਤੇ ਆਪਾਂ ਨੂੰ ਨਿਕਲ ਆਏਗੀ। ਜਦੋਂ ਆਪਾਂ ਨੇ ਆਪਣੀ ਜੀਡੀਪੀ ਦੇ ਵਿੱਚੋਂ ਜੀਡੀਪੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ ਵਿੱਚੋਂ ਜਦੋਂ ਆਪਾਂ ਮਾਈਨਸ ਡੈਪਰੀਸੀਏਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਨੈਸ਼ਨਲ ਨੈਟ ਡੋਮੈਸਟਿਕ ਪ੍ਰੋਡਕਸ਼ਨ ਐਟ ਮਾਰਕੀਟ ਪ੍ਰਾਈਸ ਤੇ ਨਿਕਲ ਆਏਗੀ। ਜਦੋਂ ਉਹਦੇ ਵਿੱਚੋਂ ਮਾਈਨਸ ਕਰਾਂਗੇ ਇਨਡਾਇਰੈਕਟ ਟੈਕਸਿਸ ਤਾਂ ਸਾਡੀ ਜਿਹੜੀ ਨੈਸ਼ਨਲ ਪ੍ਰੋਡਕਸ਼ਨ ਐਟ ਫੈਕਟਰ ਪ੍ਰਾਈਸਿਸ ਤੇ ਨਿਕਲ ਆਏਗੀ। ਨੈਟ ਨੈਸ਼ਨਲ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਉਹ ਫੈਕਟਰ ਪ੍ਰਾਈਸਿਸ ਤੇ ਨੈਸ਼ਨਲ ਇਨਕਮ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਐਨਡੀਪੀ ਐਟ ਫੈਕਟਰ ਪ੍ਰਾਈਸਿਸ ਪਲੱਸ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕਰਾਂਗੇ ਤਾਂ ਜਿਹੜੀ ਸਾਡੀ ਵੈਲਿਊ ਐਡਡ ਮੈਥਡ ਜਦੋਂ ਨੈਸ਼ਨਲ ਇਨਕਮ ਹੈ ਉਹ ਕੀ ਹੋ ਜਾਏਗੀ, ਕੈਲਕੂਲੇਟ ਹੋ ਜਾਏਗੀ। ਤਾਂ ਇਹ ਸੀਗਾ ਆਪਣਾ ਵੈਲਿਊ ਐਡਡ ਮੈਥਡ। ਇਹਦੇ ਵਿੱਚ ਕਹਿੰਦੇ ਕਾਫੀ ਸਾਰੀਆਂ ਪ੍ਰੋਬਲਮਸ ਨੇ ਜਿਹਦੇ ਥਰੂ ਆਪਾਂ, ਕਿਉਂਕਿ ਹਰ ਇੱਕ ਮੈਥਡ ਦੇ ਵਿੱਚ ਕੁਛ ਨਾ ਕੁਛ ਕੀ ਨੇ, ਖਾਮੀਆਂ ਨੇ, ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਗਿਆ ਕਿ ਇਹ ਮੈਥਡਸ ਨੇ ਜਿਹੜੇ ਸੂਟੇਬਲਸ ਮੈਥਡਸ ਨਹੀਂ ਹੈਗੇ ਆਪਣੀ ਜੋ ਨੈਸ਼ਨਲ ਇਨਕਮ ਹੈ ਉਹਨੂੰ ਕੈਲਕੂਲੇਟ ਕਰਨ ਦੇ। ਕਹਿੰਦੇ ਕਿਉਂ ਜਿਹੜਾ ਆਪਣਾ ਵੈਲਿਊ ਐਡਡ ਮੈਥਡ ਹੈ, ਕਹਿੰਦੇ ਇਟ ਇਜ਼ ਨਾਟ ਅ ਸਫੀਸ਼ੀਐਂਟ। ਕਹਿੰਦੇ ਇਹਦੇ ਵਿੱਚ ਕੀ ਆ, ਵੈਲਿਊ ਆਫ ਸੇਲ ਐਂਡ ਪਰਚੇਜ਼ ਆਫ ਸੈਕਿੰਡ ਹੈਂਡ ਗੁੱਡਸ, ਕਹਿੰਦੇ ਇਹਦੇ ਵਿੱਚ ਨਾਟ ਇਨਕਲੂਡਡ ਨਹੀਂ ਕੀਤੀ ਜਾ ਸਕਦੀ, ਜਦ ਇਹਨਾਂ ਨੂੰ ਵੀ ਕੀ ਆ, ਇਨਕਲੂਡ ਕੀਤਾ ਜਾ ਸਕਦਾ, ਕਿਉਂਕਿ ਸੈਕਿੰਡ ਹੈਂਡ ਗੁੱਡਸ ਨੇ ਜਿਹੜੀਆਂ ਉਹਨਾਂ ਨੂੰ ਵੀ ਬਾਏ ਐਂਡ ਸੇਲ ਕੀਤਾ ਜਾਂਦਾ ਹੈ। Commission earned on account of sale and purchase of second hand goods is included in the estimate of value added। ਕਹਿੰਦੇ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਕਿ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ। ਐਂਡ ਸੈਲਫ ਕੰਜ਼ੰਪਸ਼ਨ, ਕਹਿੰਦੇ ਇਹਦੇ ਵਿੱਚ include value of production of for self consumption is included। ਸੈਲਫ ਕੰਜ਼ੰਪਸ਼ਨ ਨੂੰ ਇਨਕਲੂਡ ਕੀਤਾ ਜਾਂਦਾ ਜਦ ਅਸੀਂ ਨਹੀਂ ਕਰਾਂਗੇ, ਠੀਕ ਹੈ। ਕਹਿੰਦੇ ਬਹੁਤ ਸਾਰੀਆਂ ਡਬਲ ਕਾਊਂਟਿੰਗ ਦੀ ਪ੍ਰੋਬਲਮ ਆਉਂਦੀ ਹੈ। ਡਬਲ ਕਾਊਂਟਿੰਗ ਦੀ ਪ੍ਰੋਬਲਮ ਕਿਵੇਂ ਆਉਂਦੀ ਹੈ, ਜਿਵੇਂ ਕਿ ਆਪਾਂ ਨੇ ਕੀ ਕੀਤਾ, ਇੱਕ ਕਿਸਾਨ ਨੇ ਆਪਣੀ ਵੀਟ ਹੈ ਉਹਨੂੰ ਕੀ ਵੀਟ ਨੂੰ ਸੇਲ ਕਰਤਾ, ਵੀਟ ਕਿੰਨੀ ਆਪਾਂ ਨੂੰ ਸੇਲ ਹੋਈ ਆ, 8 ਕੁਆਂਟਲ ਦੇ ਪ੍ਰਾਈਸ ਦੇ ਨਾਲ ਸੇਲ ਹੋ ਗਈ, ਠੀਕ ਹੈ। 8 ਕੁਆਂਟਲ ਪ੍ਰਾਈਸ ਦੇ ਨਾਲ ਸੇਲ ਹੋ ਗਈ। ਹੁਣ ਵੀਟ ਤੋਂ ਕਿਸੇ ਜਿਹੜੇ ਸ਼ਾਪਕੀਪਰ ਨੇ ਉਹਨੂੰ 800 ਦੀ ਵੀਟ ਨੂੰ ਖਰੀਦਿਆ, ਸ਼ਾਪਕੀਪਰ ਨੇ ਕੀ ਕੀਤਾ, ਉਹ ਤੋਂ ਕੀ ਕੀਤਾ, ਫਲੋਰ ਬਣਾਤਾ। ਫਲੋਰ ਬਣਾਤਾ ਤਾਂ ਉਹਨੇ ਉਹਨੂੰ ਕੀ ਕੀਤਾ, ਵੈਲਿਊ ਐਡ ਕਰਤੀ, ਉਹਦੇ ਵਿੱਚ ਉਹਨੂੰ 100 ਰੁਪੀਜ਼ ਦੀ 900 ਰੁਪਏ ਦੀ ਕੀ ਕਰਤਾ, ਆਟੇ ਨੂੰ ਸੇਲ ਕਰਤਾ। ਜਿਹੜੀ ਉਹਨੇ 800 ਦੀ ਕਣਕ ਖਰੀਦੀ ਸੀ ਹੁਣ ਉਹਨੇ ਉਹਦਾ ਹੀ 900 ਦਾ ਕੀ ਵੇਚਤਾ, ਆਟਾ ਵੇਚਤਾ। ਹੁਣ ਕਿਸੇ ਹੋਰ ਇੰਡਸਟਰੀ ਵਾਲੇ ਨੇ ਉਹਨੂੰ ਲਿੱਤਾ ਤਾਂ ਉਹਨੇ ਕੀ ਕੀਤਾ, ਉਹਦਾ ਬਿਸਕਿਟ ਜਾਂ ਬ੍ਰੈਡ ਬਣਾ ਦਿੱਤੇ। ਹੁਣ ਉਹ 900 ਦੀ ਉਹ ਕੀ ਉਹਨੇ ਵੈਲਿਊ ਐਡ ਕੀਤੀ ਤੇ 1200 ਦੀ ਉਹ ਵੇਚ ਰਿਹਾ। ਤਾਂ ਹੁਣ ਇੱਥੇ ਕੀ ਹੋਏਗਾ, ਆਪਣੀ ਜੋ 3 ਟਾਈਮਸ ਜਿਹੜੀ ਹੈ ਵੀਟ ਦੀ, ਕਹਿੰਦੇ ਜਿਹੜੀ ਇਨਕਮ ਹੈ ਉਹਦੇ ਥਰੂ ਵੀਟ ਦੇ ਥਰੂ ਜਨਰੇਟ ਹੋਈ। ਤਾਂ 800 ਵੀਟ ਨੂੰ ਸੇਲ ਕੀਤਾ, ਉਸ ਤੋਂ ਬਾਅਦ ਫਿਰ ਆਟੇ ਨੂੰ 900 ਦਾ ਸੇਲ ਕੀਤਾ, ਉਹੀ ਕਣਕ ਦੇ ਆਟੇ ਨੂੰ, ਤੇ ਉਸ ਤੋਂ ਬਾਅਦ ਫਿਰ 1200 ਦਾ ਬ੍ਰੈਡ ਜਾਂ ਬਿਸਕੁਟ ਬਣਾ ਕੇ ਉਸ ਤੋਂ ਕੀ ਉਹਨੂੰ ਸੇਲ ਕੀਤਾ। ਤਾਂ ਆਪਾਂ ਕੀ ਕਰ ਲੈਂਦੇ ਹਾਂ, 800 ਪਲੱਸ 900 ਪਲੱਸ 1200। ਤਾਂ ਇਹਦੇ ਵਿੱਚ ਕੀ ਹੈ ਕਿ ਆਪਣੀ ਜੋ ਹੈ ਡਬਲ ਕਾਊਂਟਿੰਗ ਦੀ ਪ੍ਰੋਬਲਮ ਆ ਰਹੀ ਆ, ਜਦਕਿ ਆਪਾਂ ਸਿਰਫ 12 ਜੇ 100 ਲਈਏ ਤਾਂ ਠੀਕ ਹੈ, ਲੇਕਿਨ ਆਪਾਂ ਪਹਿਲਾਂ 800 ਜੋ ਫਾਰਮਰ ਹੈ ਉਹਦੀ ਵੀ ਆਪਾਂ ਪਲੱਸ ਕਰਾਂਗੇ, ਜੋ ਆਪਣਾ ਸ਼ੌਪਕੀਪਰ ਹੈ ਉਹਦੀ ਵੀ ਪਲੱਸ ਕਰਾਂਗੇ, ਜੋ ਇੰਡਸਟਰੀ ਹੈ 1200 ਉਹਦਾ ਵੀ ਪਲੱਸ ਕਰਾਂਗੇ। ਤਾਂ ਇੱਥੇ ਕੀ ਜੋ ਪ੍ਰੋਬਲਮ ਆ ਰਹੀ ਆ, ਵੈਲਿਊ ਆਫ ਆਊਟਪੁੱਟ ਦੇ ਵਿੱਚ ਡਬਲ ਕਾਊਂਟਿੰਗ ਦੀ ਪ੍ਰੋਬਲਮ ਆ ਰਹੀ ਹੈ। ਇੱਕੋ ਚੀਜ਼ ਨੂੰ ਵਾਰ-ਵਾਰ ਕੀ ਹੈ, ਕੈਲਕੂਲੇਟ ਕੀਤਾ ਜਾ ਰਿਹਾ। ਤਾਂ ਜਿਹੜਾ ਆਪਣਾ ਇਹ ਵੈਲਿਊ ਐਡਡ ਮੈਥਡ ਹੈ ਇਹਨੂੰ ਵੀ ਕੀ ਦੱਸਿਆ ਕਿ ਸਹੀ ਮੈਥਡ ਨਹੀਂ ਹੈਗਾ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦਾ। ਇਹ ਸੀਗੇ ਆਪਣੇ 3 ਮੈਥਡਸ ਜਿਨ੍ਹਾਂ ਦੇ ਥਰੂ ਆਪਣੀ ਜਿਹੜੀ ਨੈਸ਼ਨਲ ਇਨਕਮ ਹੈ ਆਪਾਂ ਨੂੰ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਅੱਗੇ ਹੈ ਮਈਅਰਸ ਆਫ ਐਗਰੀਗੇਟ ਸੇਵਿੰਗ ਐਂਡ ਵੈਲਥ। ਜਿਹੜੀ ਐਗਰੀਗੇਟ ਸੇਵਿੰਗ ਹੈ ਐਂਡ ਵੈਲਥ ਹੈ ਆਪਾਂ ਉਹਨੂੰ ਕਿੱਦਾਂ ਮਈਅਰ ਕਰ ਸਕਦੇ ਹਾਂ। ਕਹਿੰਦੇ ਇੱਥੇ ਸੇਵਿੰਗ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ। ਸੇਵਿੰਗ ਦਾ ਮਤਲਬ ਕਿ ਪੈਸੇ ਨੂੰ ਕੀ ਕਰਨਾ, ਸੇਵ ਕਰਨਾ। ਸੇਵ ਕਰਨਾ ਮਤਲਬ ਕਿ ਜੋ ਵੀ ਆਪਣੀ ਇਨਕਮ ਹੈ, ਇਨਕਮ ਦੇ ਵਿੱਚੋਂ ਜਦੋਂ ਆਪਾਂ ਕੰਜ਼ੰਪਸ਼ਨ ਕਰਦੇ ਹਾਂ, ਇਨਕਮ ਦੇ ਵਿੱਚੋਂ ਕੰਜ਼ੰਪਸ਼ਨ ਨੂੰ ਜਦੋਂ ਮਾਈਨਸ ਕੀਤਾ ਜਾਂਦਾ ਹੈ ਤਾਂ ਜੋ ਸਾਡੇ ਕੋਲ ਇਨਕਮ ਬਚਦੀ ਹੈ ਉਹ ਕੀ ਹੁੰਦੀ ਹੈ, ਸਾਡੀ ਸੇਵਿੰਗ ਹੁੰਦੀ ਆ। ਕਹਿੰਦੇ ਸੇਵਿੰਗ ਆਪਣਾ ਜੋ ਹੈ ਗਵਰਨਮੈਂਟ ਵੀ ਕਰੇਗੀ, ਪ੍ਰਾਈਵੇਟ ਸੈਕਟਰ ਵੀ ਕਰੇਗਾ ਤੇ ਨੈਸ਼ਨਲ ਸੇਵਿੰਗ ਵੀ ਕੀ ਹੈ ਹੋਏਗੀ। ਤਾਂ 3
ਲੈਵਲਸ ਤੇ ਜਿਹੜੀ ਆਪਣੀ ਸੇਵਿੰਗ ਹੈ ਉਹ ਹੋਏਗੀ। ਤਾਂ ਸੇਵਿੰਗ ਐਂਡ ਵੈਲਥ, ਸੇਵਿੰਗ ਦਾ ਮਤਲਬ ਹੁੰਦਾ ਪੈਸੇ ਨੂੰ ਸੇਵ ਕਰਨਾ, ਐਂਡ ਵੈਲਥ ਦਾ ਮਤਲਬ ਹੁੰਦਾ ਜੋ ਸਾਡੇ ਕੋਲ ਕੀ ਹੈ, ਧਨ ਹੈ। ठीक है। तद कहते सेविंग एंड वेल्थ आर क्लोजली रिलेटेड विद ईच अदर, दोनों की ने क्लोज ने, दोनों ਨੂੰ ਆਪਾਂ सेम ਲੈਣੇ ਆ। ਵਟ ਕਹਿੰਦੇ ਸੇਵਿੰਗ ਇਜ਼ ਅ ਡਿਫਰੈਂਟ ਪਾਰਟ, ਕਿਉਂਕਿ ਸੇਵਿੰਗ ਆਪਾਂ ਇਨਕਮ ਦੇ ਵਿੱਚੋਂ ਸੇਵ ਕਰਦੇ ਆ। ਜੋ ਵੀ ਜਿਵੇਂ ਕਿ ਫੋਰ ਐਗਜ਼ਾਮਪਲ ਮੇਰੀ 10,000 ਕੀ ਹੈ ਸੈਲਰੀ ਹੈ, 10,000 ਦੇ ਵਿੱਚੋਂ ਮੈਂ 8,000 ਕੀ ਕਰਦੀ ਆ, ਕੰਜ਼ੰਪਸ਼ਨ ਕਰਦੀ ਆ। 10 ਦੇ ਵਿੱਚੋਂ ਜਦੋਂ ਮੈਂ 8,000 ਜਿਹੜੀ ਕੰਜ਼ੰਪਸ਼ਨ ਹੈ ਉਹਨੂੰ ਮਾਈਨਸ ਕਰ ਦੂੰਗੀ ਤਾਂ ਮੇਰੇ ਕੋਲ ਕਿੰਨਾ ਬਚੇਗਾ, 2,000 ਬਚੇਗਾ। ਅਗਰ ਮੈਂ 2,000 ਨੂੰ ਆਪਣੇ ਕੋਲ ਰੱਖ ਲੈਂਦੀ ਆ, ਦਿਸ ਇਜ਼ ਅ ਸੇਵਿੰਗ, ਦਿਸ ਇਜ਼ ਮਾਈ ਸੇਵਿੰਗ, ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਆ, ਸੇਵਿੰਗ ਕਹਿ ਸਕਦੇ ਆ। ਕਹਿੰਦੇ ਟੋਟਲ ਸੇਵਿੰਗ ਨੂੰ ਮੀਨਸ ਆਪਾਂ ਜ਼ਿਆਦਾ ਕਹਿੰਦੇ ਕੀ ਕਰ ਸਕਦੇ ਹਾਂ, ਜੋ ਵੀ ਸੇਵਿੰਗ ਹੈ ਉਹਨੂੰ ਆਪਾਂ ਫਿਰ ਇਨਵੈਸਟ ਵੀ ਕਰ ਸਕਦੇ ਹਾਂ ਇਨ ਫਿਊਚਰਸ ਦੇ ਵਿੱਚ ਜਾ ਕੇ। ਸੇਵਿੰਗ ਸਾਡੀ ਕਿਸ ਤੇ ਡਿਪੈਂਡ ਕਰਦੀ ਹੈ, ਰੇਟ ਆਫ ਇੰਟਰਸਟ ਤੇ ਡਿਪੈਂਡ ਕਰਦੀ ਹੈ। ਅਗਰ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਸੇਵਿੰਗ ਜ਼ਿਆਦਾ ਹੋਏਗੀ, ਅਗਰ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਸੇਵਿੰਗ ਘੱਟ ਹੋਏਗੀ। ਦੂਸਰੀ ਤਰਫ ਜਿਹੜੀ ਵੈਲਥ ਹੈ ਇਹ ਕੀ ਆ, ਇਜ਼ ਅ ਸਟਾਕ ਆਫ ਗੁड्स, ਸਟਾਕ ਆਫ ਮਟੀਰੀਅਲਸ। ਇਹਦੇ ਵਿੱਚ ਕੀ ਆ, ਕੋਈ ਵੀ ਆਪਣਾ ਜੋ ਹੈ ਗੁड्स ਹੋ ਸਕਦੀਆਂ ਨੇ, ਫਰਨੀਚਰ ਹੋ ਸਕਦਾ ਹੈ, ਗੋਲਡ ਹੋ ਸਕਦਾ ਹੈ, ਸਿਲਵਰ ਹੋ ਸਕਦਾ ਹੈ, ਕਾਰ ਹੋ ਸਕਦੀ ਹੈ, ਠੀਕ ਹੈ, ਆਪਣਾ ਹਾਊਸ ਹੋ ਸਕਦਾ ਹੈ, ਜੋ ਵੀ ਸਾਡੇ ਕੋਲ ਇੱਕ ਸਟਾਕ ਹੈ ਐਟ ਅ ਟਾਈਮ, ਦਿਸ ਇਜ਼ ਅ ਵੈਲਥ, ਕਿ ਮੇਰੇ ਕੋਲ ਇੰਨਾ ਕੀ ਹੈ, ਧਨ ਹੈ। ਤਾਂ ਜਿਹੜੀ ਸੇਵਿੰਗ ਹੈ ਇਹ ਆਪਾਂ 3 ਲੈਵਲਸ ਤੇ ਕਰ ਸਕਦੇ ਹਾਂ। ਫਰਸਟ ਇਜ਼ ਅ ਪ੍ਰਾਈਵੇਟ ਸੇਵਿੰਗ, ਐਂਡ ਸੈਕੰਡ ਇਜ਼ ਅ ਗਵਰਨਮੈਂਟ ਸੇਵਿੰਗ, ਐਂਡ ਥਰਡ ਇਜ਼ ਅ नेशनल सेविंग। सब तो पहला प्राइवेट सेविंग की होती है, इट इज अ सेविंग बाय द प्राइवेट सेक्टर्स प्रोवाइडिंग सेविंग्स इज द प्राइवेट डिस्पोजल इनकम्स माइनस कंजम्पशन। ਕਹਿੰਦੇ ਪ੍ਰਾਈਵੇਟ ਸੇਵਿੰਗ ਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ, ਜੋ ਵੀ ਆਪਣੇ ਕੋਲ ਡਿਸਪੋਜ਼ਲ ਇਨਕਮ ਬਚਦੀ ਹੈ, ਡਿਸਪੋਜ਼ਲ ਇਨਕਮ ਦੇ ਵਿੱਚੋਂ ਜਦੋਂ ਆਪਾਂ ਕੰਜ਼ੰਪਸ਼ਨ ਮਾਈਨਸ ਕਰਾਂਗੇ ਤਾਂ ਜੋ ਸਾਡੇ ਕੋਲ ਬਚ ਗਿਆ ਦੈਟ ਇਜ਼ ਅ ਸੇਵਿੰਗ। ਹੁਣ ਸਭ ਤੋਂ ਪਹਿਲਾਂ ਡਿਸਪੋਜ਼ਲ ਇਨਕਮ ਕੀ ਹੁੰਦੀ ਆ, ਡਿਸਪੋਜ਼ਲ ਇਨਕਮ ਹੁੰਦੀ ਹੈ ਕਿ ਜਦੋਂ ਕੋਈ ਵੀ ਆਪਾਂ ਜਿਹੜਾ ਟੈਕਸਿਸ ਹੈ ਜਾਂ ਡੈਪਰੀਸੀਏਸ਼ਨ ਹੈ ਆਪਣੀ ਇਨਕਮ ਦੇ ਵਿੱਚੋਂ ਮਾਈਨਸ ਕਰ ਦਿੰਦੇ ਆ, ਤਾਂ ਸਾਡੇ ਕੋਲ ਜੋ ਇਨਕਮ ਬਚਦੀ ਹੈ ਦੈਟ ਇਜ਼ ਅ ਡਿਸਪੋਜ਼ਲ ਇਨਕਮ। ਮੰਨ ਲਓ ਕਿ ਮੇਰੀ 20,000 ਕੀ ਹੈ ਸੈਲਰੀ ਹੈ, 20,000 ਦੇ ਵਿੱਚੋਂ ਮੈਂ ਗਵਰਨਮੈਂਟ ਨੂੰ ਜੋ ਟੈਕਸ ਪੇ ਕੀਤਾ ਦਿਸ ਇਜ਼ 2,000 ਮੈਂ ਟੈਕਸ ਪੇ ਕਰ ਦਿੱਤਾ, ਐਂਡ ਮੇਰਾ ਡੈਪਰੀਸੀਏਸ਼ਨ ਕਿੰਨਾ ਹੋਇਆ, 1,000 ਹੋ ਗਿਆ। ਦੈਨ 2 + 3 ਜੋ ਮੈਂ ਪੇ ਕੀਤਾ ਦਿਸ ਇਜ਼ 3,000। ਤਾਂ 3,000 ਜਦੋਂ ਮੈਂ 20,000 ਚੋਂ ਮਾਈਨਸ ਕਰੂੰਗੀ ਤਾਂ ਮੇਰੇ ਕੋਲ ਕਿੰਨਾ ਬਚ ਜਾਏਗਾ, 17,000 ਬਚ ਜਾਏਗਾ। ਹੁਣ 17,000 ਇਜ਼ ਅ ਡਿਸਪੋਜ਼ਲ ਇਨਕਮ, ਜੋ ਮੇਰੀ ਇਨਕਮ ਹੈ ਜਾਂ ਤਾਂ ਮੈਂ ਉਹਨੂੰ ਕੀ ਕਰ ਸਕਦਾ, ਕੰਜ਼ਿਊਮ ਕਰ ਸਕਦਾ, ਜਾਂ ਮੈਂ ਉਹਨੂੰ ਕੀ ਕਰ ਸਕਦਾ, ਸੇਵ ਕਰ ਸਕਦਾ। ਉਹਦੇ ਵਿੱਚੋਂ ਜੇਕਰ ਮੈਂ 7,000 ਕੰਜ਼ਿਊਮ ਕੀਤੀ, ਜਦ ਮੈਂ 17 ਦੇ ਵਿੱਚੋਂ 7,000 ਮਾਈਨਸ ਕਰੂੰਗਾ ਮੇਰੇ ਕੋਲ ਕਿੰਨੀ ਬਚ ਗਈ, 10,000 ਬਚ ਗਿਆ। ਦਿਸ 10,000 ਇਜ਼ ਅ ਸੇਵਿੰਗ। ਤਾਂ ਮੈਂ ਬੋਲ ਸਕਦੀ ਕਿ ਮੇਰੀ ਸੇਵਿੰਗ ਕਿੰਨੀ ਹੈ, 10,000 ਹੈ। ਤਾਂ ਪ੍ਰਾਈਵੇਟ ਸੈਕਟਰਸ ਜੋ ਸੇਵਿੰਗ ਕਰੇਗਾ, ਜੋ ਵੀ ਇੰਡੀਵਿਜੂਅਲਸ ਜੋ ਪੈਸਾ ਕੰਜ਼ੰਪਸ਼ਨ ਤੋਂ ਬਾਅਦ ਬਚਾਉਣਗੇ, ਦਿਸ ਇਜ਼ ਅ ਪ੍ਰਾਈਵੇਟ ਸੇਵਿੰਗਸ। ਤਦ ਕਹਿੰਦੇ ਕੀ ਆ, ਪ੍ਰਾਈਵੇਟ ਸੇਵਿੰਗ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਕੀ ਕਰਾਂਗੇ, ਜੋ ਵੀ ਡਿਸਪੋਜ਼ਲ ਇਨਕਮ ਹੈ ਉਹਦੇ ਵਿੱਚੋਂ ਕੰਜ਼ੰਪਸ਼ਨ ਨੂੰ ਮਾਈਨਸ ਕਰਾਂਗੇ। ਤਦ ਕਹਿੰਦੇ ਪ੍ਰਾਈਵੇਟ ਡਿਸਪੋਜ਼ਲ ਇਨਕਮ ਮਾਈਨਸ ਕੰਜ਼ੰਪਸ਼ਨ ਕਰਾਂਗੇ ਤਾਂ ਜੋ ਵੀ ਸਾਡੇ ਕੋਲ ਪ੍ਰਾਈਵੇਟ ਸੇਵਿੰਗ ਹੈ ਉਹ ਕੀ ਹੋ ਜਾਏਗੀ, ਕੈਲਕੂਲੇਟ ਹੋ ਜਾਏਗੀ। Second is a government savings. ਕਹਿੰਦੇ it is net government or budget surplus. It is government income minus government purchase of goods and services. ਕਹਿੰਦੇ ਜਦੋਂ ਆਪਾਂ ਇਹ ਇਹਨੂੰ ਨੈਟ ਸੇਵਿੰਗ ਵੀ ਬੋਲਿਆ ਜਾਂਦਾ। ਨੈਟ ਸੇਵਿੰਗਸ ਮੀਨਸ ਜਦੋਂ ਆਪਾਂ ਗਵਰਨਮੈਂਟ ਆਪਣੀ ਇਨਕਮ ਦੇ ਵਿੱਚੋਂ ਜੋ ਵੀ ਐਕਸਪੈਂਡੀਚਰਸ ਮੀਨਸ ਕੰਜ਼ੰਪਸ਼ਨ ਹੈ ਉਹਨੂੰ ਮਾਈਨਸ ਕਰੇਗੀ। ਕੰਜ਼ੰਪਸ਼ਨ ਕਿਉਂਕਿ ਗਵਰਨਮੈਂਟ ਗੁੱਡਸ ਐਂਡ ਸਰਵਿਸਿਜ਼ ਦੀ ਕਰਦੀ ਆ, ਗੁੱਡਸ ਐਂਡ ਸਰਵਿਸਿਜ਼ ਦੀ ਕੰਜ਼ੰਪਸ਼ਨ ਨੂੰ ਮਾਈਨਸ ਕਰੇਗੀ ਆਪਣੀ ਨੈਟ ਸੇਵਿੰਗ ਦੇ ਨੈਟ ਇਨਕਮ ਦੇ ਵਿੱਚੋਂ, ਤਾਂ ਜੋ ਵੀ ਇਹਦੇ ਕੋਲ ਆਪਣੀ ਇਨਕਮ ਬਚ ਜਾਏਗੀ ਦੈਟ ਇਜ਼ ਅ ਜੋ ਸੇਵਿੰਗਸ, ਜੋ ਵੀ ਮਨੀ ਬਚ ਜਾਏਗੀ। ਤਾਂ ਗਵਰਨਮੈਂਟ ਸੇਵਿੰਗਸ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਗਵਰਨਮੈਂਟ ਸੇਵਿੰਗ ਇਜ਼ ਇਕੁਅਲ ਟੂ ਗਵਰਨਮੈਂਟ ਇਨਕਮ ਮਾਈਨਸ ਗਵਰਨਮੈਂਟ ਪਰਚੇਜ਼ ਆਫ ਗੁੱਡਸ ਐਂਡ ਸਰਵਿਸਿਜ਼। ਗਵਰਨਮੈਂਟ ਇਨਕਮ ਦੇ ਵਿੱਚੋਂ ਜਿੰਨੀਆਂ ਵੀ ਗਵਰਨਮੈਂਟ ਨੇ ਗੁੱਡਸ ਐਂਡ ਸਰਵਿਸਿਜ਼ ਤੇ ਜਦੋਂ ਜੋ ਖਰਚਾ ਕੀਤਾ ਹੈ, ਜਦੋਂ ਉਸ ਖਰਚੇ ਨੂੰ ਆਪਾਂ ਮਾਈਨਸ ਕਰਾਂਗੇ ਗਵਰਨਮੈਂਟ ਇਨਕਮ ਦੇ ਵਿੱਚੋਂ, ਤਾਂ ਜੋ ਇਨਕਮ ਬਚ ਜਾਏਗੀ ਦਿਸ ਇਜ਼ ਅ ਗਵਰਨਮੈਂਟ ਸੇਵਿੰਗ। ਗਵਰਨਮੈਂਟ ਨੇ ਇੰਨਾ ਸੇਵ ਕੀਤਾ। ਜਿਵੇਂ ਕਿ ਤੁਸੀਂ ਬਜਟਰੀ ਡੈਫਿਸਿਟ ਦੇਖਦੇ ਹੋ ਗਵਰਨਮੈਂਟ ਦਾ, ਵੈਸੇ ਤਾਂ ਗਵਰਨਮੈਂਟ ਦਾ ਬਜਟ ਹਮੇਸ਼ਾ ਡੈਫਿਸਿਟ ਦੇ ਵਿੱਚ ਹੀ ਜਾਂਦਾ ਹੈ। ਡੈਫਿਸਿਟਸ ਦੇ ਵਿੱਚ ਮੀਨਸ ਕਿ ਗਵਰਨਮੈਂਟ ਦੇ ਜਿਹੜੇ ਐਕਸਪੈਂਡੀਚਰਸ ਨੇ ਉਹ ਵੱਧ ਜਾਂਦੇ ਨੇ, ਲੇਕਿਨ ਜਿਹੜੀ ਗਵਰਨਮੈਂਟ ਦੀ ਇਨਕਮ ਕੀ ਹੁੰਦੀ ਆ, ਘੱਟ ਹੁੰਦੀ ਆ। ਲੇਕਿਨ ਅਗਰ ਗਵਰਨਮੈਂਟ ਦੇ ਖਰਚੇ ਦੇ ਨਾਲੋਂ ਗਵਰਨਮੈਂਟ ਦੀ ਇਨਕਮ ਜ਼ਿਆਦਾ ਹੋਵੇ ਤਾਂ ਉਹ ਕਿਹਦੇ ਵਿੱਚ ਆ ਜਾਏਗੀ, ਗਵਰਨਮੈਂਟ ਸੇਵਿੰਗ ਦੇ ਵਿੱਚ ਆ।
ਨੈਕਸਟ ਇਜ਼ ਅ ਨੈਸ਼ਨਲ ਸੇਵਿੰਗਸ। ਨੈਸ਼ਨਲ ਸੇਵਿੰਗਸ ਜੋ ਇੱਕ ਨੇਸ਼ਨ ਦੀ ਸੇਵਿੰਗ ਹੈ, ਕਹਿੰਦੇ ਨੈਸ਼ਨਲ ਸੇਵਿੰਗ ਇਜ਼ ਦਾ ਸੇਵਿੰਗ ਆਫ ਦਾ ਇਕੋਨਮੀ ਐਜ਼ ਦਾ ਹੋਲ। ਪੂਰੀ ਇਕੋਨਮੀ ਦੇ ਵਿੱਚ ਜੋ ਵੀ ਸੇਵਿੰਗ ਕੀਤੀ ਜਾਂਦੀ ਹੈ, ਦਿਸ ਇਜ਼ ਦਾ ਨੈਸ਼ਨਲ ਸੇਵਿੰਗ। ਇਜ਼ ਇਟ ਇਜ਼ ਦਾ ਸਮ ਆਫ ਪ੍ਰਾਈਵੇਟ ਸੇਵਿੰਗ ਪਲੱਸ ਗਵਰਨਮੈਂਟ ਸੇਵਿੰਗ। ਕਿਉਂਕਿ ਪੂਰੀ ਇਕੋਨਮੀ ਦੀ, ਪੂਰੀ ਨੇਸ਼ਨ ਦੀ ਸੇਵਿੰਗ ਦੀ ਗੱਲ ਆ ਗਈ। ਨੇਸ਼ਨ ਦੇ ਵਿੱਚ ਇੱਕ ਪਰਸਨ ਨਹੀਂ ਹੁੰਦਾ, ਇੱਕ ਗਵਰਨਮੈਂਟ ਦਾ ਇੱਕ ਪਰਸਨ ਨਹੀਂ ਹੁੰਦਾ, ਨਾ ਹੀ ਪ੍ਰਾਈਵੇਟ ਸੈਕਟਰ ਦਾ ਇੱਕ ਪਰਸਨ ਹੁੰਦਾ। ਇਹਦੇ ਵਿੱਚ ਸਾਰੇ ਪ੍ਰਾਈਵੇਟ ਸੈਕਟਰ ਦੇ ਇੰਡੀਵਿਜੂਅਲ, ਸਾਰੇ ਗਵਰਨਮੈਂਟ ਸੈਕਟਰ ਦੇ ਜਿਹੜੇ ਇੰਡੀਵਿਜੂਅਲਸ ਨੇ ਉਹ ਕੈਲਕੂਲੇਟ ਹੋਣਗੇ, ਤੇ ਉਹ ਜਿੰਨੀ ਵੀ ਸੇਵਿੰਗ ਕਰਦੇ ਨੇ ਬੈਂਕਸ ਦੇ ਵਿੱਚ, ਉਹਨਾਂ ਸਾਰਿਆਂ ਦੀ ਸੇਵਿੰਗ ਨੂੰ ਜਦੋਂ ਪਲੱਸ ਕਰਾਂਗੇ, ਦਿਸ ਇਜ਼ ਦਾ ਨੈਸ਼ਨਲ ਸੇਵਿੰਗ। ਕਹਿੰਦੇ ਨੈਸ਼ਨਲ ਸੇਵਿੰਗ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ? ਨੈਸ਼ਨਲ ਸੇਵਿੰਗ ਇਜ਼ ਇਕੁਅਲ ਟੂ ਪ੍ਰਾਈਵੇਟ ਸੇਵਿੰਗ ਪਲੱਸ ਗਵਰਨਮੈਂਟ ਸੇਵਿੰਗਸ। ਕਹਿੰਦੇ ਸਾਡੀ ਨੈਸ਼ਨਲ ਸੇਵਿੰਗ ਹੈ ਜਿਹੜੀ ਉਹ ਪਤਾ ਲੱਗ ਜਾਏਗੀ। ਇਹ ਸੀਗੇ ਆਪਣੇ ਮਈਅਰਸ ਆਫ ਐਗਰੀਗੇਟ ਸੇਵਿੰਗ ਐਂਡ ਵੈਲਥ, ਕਿ ਸੇਵਿੰਗ ਐਂਡ ਵੈਲਥ ਨੂੰ ਆਪਾਂ ਕਿੱਦਾਂ ਐਗਰੀਗੇਟ ਕਰ ਸਕਦੇ ਹਾਂ। ਨੈਕਸਟ ਇਜ਼ ਅ ਰੀਅਲ ਐਂਡ ਨੋਮੀਨਲ ਜੀਡੀਪੀ। ਰੀਅਲ ਐਂਡ ਨੋਮੀਨਲ ਗ੍ਰੋਸ ਡੋਮੈਸਟਿਕ ਪ੍ਰੋਡਕਟਸ। ਕਹਿੰਦੇ ਨੋਮੀਨਲ ਤੇ ਰੀਅਲ ਦੇ ਵਿੱਚ ਡਿਫਰੈਂਸ ਕੀ ਆ? Nominal variables are valued at their current market price, and real variables are nominal variables adjusted for inflation or deflation। ਕਹਿੰਦੇ ਜਿਹੜੇ ਕਰੰਟ ਪ੍ਰਾਈਸ ਤੇ ਵੇਰੀਏਬਲਸ ਚੈੱਕ ਕੀਤੇ ਜਾਂਦੇ ਨੇ, ਜਿਹੜੀ ਵੈਲਿਊ ਚੈੱਕ ਕੀਤੀ ਜਾਂਦੀ ਹੈ ਵੇਰੀਏਬਲਸ ਦੀ, ਦਿਸ ਇਜ਼ ਦਾ ਨੋਮੀਨਲ ਵੇਜਿਸ। ਲੇਕਿਨ ਕਹਿੰਦੇ ਜਦੋਂ ਇਨਫਲੇਸ਼ਨ ਤੇ ਡਿਫਲੇਸ਼ਨ ਟਾਈਮ ਦੇ ਥਰੂ ਚੇਂਜਸ ਵਗੈਰਾ, ਵੇਰੀਏਬਲਸ ਵਗੈਰਾ ਚੇਂਜ ਹੁੰਦੇ ਨੇ, ਤਾਂ ਉਹਨਾਂ ਦੀ ਵੈਲਿਊ ਜੱਜ ਕੀਤੀ ਜਾਂਦੀ ਹੈ, ਦਿਸ ਇਜ਼ ਆ ਰੀਅਲ ਵੇਜਿਸ। ਕਹਿੰਦੇ ਵੈਲਿਊ ਐਟ ਸਮ ਬੇਸ ਈਅਰ। ਕਹਿੰਦੇ ਉਦੋਂ ਇਨਫਲੇਸ਼ਨ ਡਿਫਲੇਸ਼ਨ ਦੇ ਟਾਈਮਸ ਵੇਰੀਏਬਲਸ ਦੀ ਵੈਲਿਊ ਨੂੰ ਆਪਣੇ ਬੇਸ ਈਅਰ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ। ਦਿਸ ਬੇਸ ਈਅਰ ਔਰ ਕਾਂਸਟੈਂਟ ਈਅਰ ਸ਼ੁੱਡ ਬੀ ਕੇਅਰਫੁਲੀ ਸਿਲੈਕਟਡ। ਕਿਸੇ ਵੀ ਬੇਸ ਈਅਰ ਨੂੰ ਜਾਂ ਲਾਸਟ ਈਅਰ ਜਾਂ ਉਸ ਤੋਂ ਉੱਪਰ ਪਿਛਲੇ ਵਾਲੇ ਜਿਹੜੇ ਈਅਰਸ ਨੇ ਉਹਨਾਂ ਨੂੰ ਬੇਸ ਈਅਰਸ ਬਣਾ ਲਿੱਤਾ ਜਾਂਦਾ, ਸਿਲੈਕਟ ਕੀਤਾ ਜਾਂਦਾ ਹੈ। ਤੇ ਉਸ ਦੇ ਵਿੱਚ ਕਹਿੰਦੇ ਆਪਣੀਆਂ ਚੇਂਜਿਸ ਇਨ ਕੁਆਂਟੀਟੀਜ਼ ਐਂਡ ਚੇਂਜਿਸ ਇਨ ਪ੍ਰਾਈਸਿਸ ਨੂੰ ਕੀ ਕੀਤਾ ਜਾਂਦਾ ਹੈ? ਚੈੱਕ ਕੀਤਾ ਜਾਂਦਾ ਹੈ। ਜਦੋਂ ਚੇਂਜਿਸ ਤੇ ਜਿਹੜੀ ਕੁਆਂਟੀਟੀ ਦੇ ਵਿੱਚ ਕਿੰਨਾ ਚੇਂਜ ਆਇਆ ਤੇ ਪ੍ਰਾਈਸ ਦੇ ਵਿੱਚ ਕਿੰਨਾ ਚੇਂਜ ਆਇਆ, ਦੋਨਾਂ ਨੂੰ ਕਹਿੰਦੇ ਚੈੱਕ ਕੀਤਾ ਜਾਂਦਾ ਹੈ। ਠੀਕ ਹੈ, ਵੇਰੀਏਬਲਸ ਨੂੰ ਦੇਖਿਆ ਜਾਂਦਾ ਹੈ, ਤਾਂ ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਰੀਅਲ ਵੇਜਿਸ ਕਹਿ ਦਿੰਦੇ ਆ। नॉमिनल वेजेस एंड रियल वेजेस का फॉर्मूला भी है रियल जीडीपी का। नॉमिनल जीडीपी इट इज द आल्सो टर्म्ड एज मॉनेटरी नेशनल इनकम। इनू मॉनेटरी नेशनल इनकम भी कहा जाता है। इट इज डिफाइंड एज द वैल्यू ऑफ गुड्स एंड सर्विसेज एट करंट ईयर प्राइसिस। ਜਦੋਂ ਵੀ ਕਰੰਟ ਈਅਰ ਪ੍ਰਾਈਸਿਸ ਤੇ ਆਪਾਂ ਗੁੱਡਸ ਐਂਡ ਸਰਵਿਸਿਜ਼ ਦੀ ਵੈਲਿਊ ਦੇਖਦੇ ਹਾਂ ਤਾਂ ਉਹਨੂੰ ਮੋਨੇਟਰੀ ਨੈਸ਼ਨਲ ਇਨਕਮ ਬੋਲਿਆ ਜਾਂਦਾ। ਇਟ ਇਜ਼ ਅ ਪੂਅਰ ਇੰਡੀਕੇਟਰਸ ਆਫ ਮਈਅਰਿੰਗ ਇਕਨੋਮਿਕ ਗਰੋਥ। ਕਹਿੰਦੇ ਲੇਕਿਨ ਇਹ ਜਿਹੜਾ ਨੋਮੀਨਲ ਜੀਡੀਪੀ ਹੈ ਇਹਦੇ ਥਰੂ ਆਪਾਂ ਨੈਸ਼ਨਲ ਇਨਕਮ ਨੂੰ ਪ੍ਰੋਪਰ ਮਈਅਰ ਨਹੀਂ ਕਰ ਸਕਦੇ, ਪੂਅਰ ਮੈਥਡ ਹੈ। ਕਹਿੰਦੇ ਤਾਂ ਉਹਦੀ ਜਗ੍ਹਾ ਤੇ ਇਟ ਇਜ਼ obtained ਬਾय ਦਾ ਮਲਟੀਪਲਾਈ ਬਾय ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਇਨ ਅ ਕਰੰਟ ਈਅਰਸ ਵਿਦ ਦਾ ਕਰੰਟ ਪ੍ਰਾਈਸਿਸ। ਕਹਿੰਦੇ ਅਗਰ ਆਪਾਂ ਨੋਮੀਨਲ ਵੇਜਿਸ ਨੂੰ ਦੇਖੀਏ ਤਾਂ ਮੋਨੇਟਰੀ ਫਾਰਮ ਦੇ ਵਿੱਚ ਜਦੋਂ ਆਪਾਂ ਆਪਣੀ ਜੋ ਵੀ ਗੁੱਡਸ ਆਪਾਂ ਪ੍ਰੋਡਿਊਸ ਕੀਤੀਆਂ ਨੇ ਉਹਨਾਂ ਦੀ ਕੁਆਂਟੀਟੀ ਨੂੰ ਪ੍ਰਾਈਸ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜੀ ਸਾਡੀ ਨੋਮੀਨਲ ਆਪਣੀ ਜੀਡੀਪੀ ਹੈ ਉਹਦਾ ਪਤਾ ਲੱਗ ਜਾਏਗਾ। ਨੋਮੀਨਲ ਜੀਡੀਪੀ ਮਤਲਬ ਜੋ ਵੀ ਸਾਡੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਕਰੰਟ ਈਅਰ ਤੇ, ਤਾਂ ਉਹਦਾ ਪਤਾ ਲੱਗ ਜਾਏਗਾ। ਜਦੋਂ ਜਿਵੇਂ ਕਿ ਅਸੀਂ 100 ਗੁੱਡਸ ਨੂੰ ਪ੍ਰੋਡਿਊਸ ਕੀਤਾ ਤੇ ਉਹਦੀ ਪ੍ਰਾਈਸ ਕਿੰਨੀ ਹੈ? ਇਹਦੀ ਗੁੱਡ ਦੀ 5 ਪ੍ਰਾਈਸ ਹੈ। ਦੈਨ 100 ਇੰਟੂ 5 अपना 100 इंटू 5 इज इक्वल टू 500। ਤਾਂ 500 ਸਾਡੀ ਕੀ ਹੋਏਗੀ? ਨੋਮੀਨਲ ਜੀਡੀਪੀ ਹੋਏਗੀ। ਤਾਂ ਕਰੰਟ ਈਅਰ, ਇੱਕ ਕਰੰਟ ਈਅਰਸ ਦੇ ਵਿੱਚ ਕਰੰਟ ਟਾਈਮ, ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਆਪਾਂ ਇਸ ਦੇ ਥਰੂ ਆਪਾਂ ਪ੍ਰਾਈਸ ਇੰਟੂ ਕੁਆਂਟੀਟੀ ਕਰਕੇ ਜੋ ਵੀ ਹੈ ਨੋਮੀਨਲ ਜੀਡੀਪੀ ਉਹਦਾ ਪਤਾ ਲਗਾ ਸਕਦੇ ਹਾਂ। ਲੇਕਿਨ ਰੀਅਲ ਜੀਡੀਪੀ ਇਜ਼ ਆਲਸੋ ਟਰਮਡ ਐਜ਼ ਜੀਡੀਪੀ ਐਟ constant prices. It measures the actual growth of the economy. It is obtained by multiplying goods and services produced a current year with the base year prices. ਜਦੋਂ ਕਹਿੰਦੇ ਜਿੰਨੀਆਂ ਵੀ ਜਿਹੜੀਆਂ ਕਰੰਟ ਈਅਰਸ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਉਹਨਾਂ ਨੂੰ ਜਦੋਂ ਬੇਸ ਈਅਰ ਦੇ ਪ੍ਰਾਈਸਿਸ ਦੇ ਨਾਲ ਮਲਟੀਪਲਾਈ ਕਰਦੇ ਆ, ਕੰਪੇਅਰ ਕਰਦੇ ਆ ਕਰੰਟ ਈਅਰ ਦੇ ਪ੍ਰਾਈਸਿਸ ਤੇ ਬੇਸ ਈਅਰ ਦੇ ਪ੍ਰਾਈਸਿਸ ਨੂੰ, ਤਾਂ ਜਿਹੜੀ ਸਾਡੀ ਰੀਅਲ ਜੀਡੀਪੀ ਹੈ ਆਪਾਂ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਇਹਦੇ ਥਰੂ ਸਾਡੀ ਜਿਹੜੀ ਇੰਪਰੂਵਮੈਂਟ ਹੈ, ਇਕਨੋਮਿਕ ਇੰਪਰੂਵਮੈਂਟ, ਇਕਨੋਮਿਕ ਪਰਫਾਰਮੈਂਸ, ਉਹਨੂੰ ਆਪਾਂ ਚੈੱਕ ਕਰ ਸਕਦੇ ਹਾਂ। ਇਕਨੋਮਿਕ ਪਰਫਾਰਮੈਂਸ ਨੂੰ ਚੈੱਕ ਕਰਨ ਦਾ ਬੈਸਟ ਮੈਥਡ ਕੀ ਆ? ਰੀਅਲ ਜੀਡੀਪੀ ਹੈ, ਜਿਹਦੇ ਵਿੱਚ ਆਪਾਂ ਗੁੱਡਸ ਐਂਡ ਸਰਵਿਸਿਜ਼ ਦੀ ਜਿਹੜੀ ਕਰੰਟ ਪ੍ਰਾਈਸਿਸ ਨੇ ਉਹਨਾਂ ਨੂੰ ਬੇਸ ਈਅਰਸ ਦੇ ਪ੍ਰਾਈਸਿਸ ਦੇ ਨਾਲ ਤੇ ਕੁਆਂਟੀਟੀ ਨੂੰ ਵੀ ਕੀ ਆ, ਕੁਆਂਟੀਟੀ ਐਂਡ ਪ੍ਰਾਈਸਿਸ ਦੋਨਾਂ ਨੂੰ ਕੀ ਆ, ਕੰਪੇਅਰ ਕਰਦੇ ਆ। ਤੇ ਇਹਦੇ ਥਰੂ ਸਾਡੀ ਜਿਹੜੀ
ਪ੍ਰਾਈਸ ਇੰਡੈਕਸ ਦੇ ਥਰੂ ਸਾਡੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਤਾਂ ਜੀਡੀਪੀ ਐਟ ਕਾਂਸਟੈਂਟ ਪ੍ਰਾਈਸ ਰੀਅਲ ਜਿਹੜੀ ਹੈ ਜੀਡੀਪੀ ਉਹਦਾ ਫਾਰਮੂਲਾ ਕੀ ਹੈ? GDP at constant price is equal to GDP at current prices divided by price index for the current year multiply by base years of the price index। ਕਹਿੰਦੇ ਇਸ ਦੇ ਥਰੂ ਆਪਾਂ ਇਹਨੂੰ ਕੀ ਕਰ ਸਕਦੇ ਹਾਂ? ਕੈਲਕੂਲੇਟ ਕਰ ਸਕਦੇ ਹਾਂ। देयर आर ਕਹਿੰਦੇ ਮੇਨਲੀ टू टाइप्स ऑफ प्राइस इंडेक्स। प्राइस इंडेक्स ਹੁੰਦੇ ਨੇ ਜਿਹੜੇ टू टाइप्स ਦੇ ਹੁੰਦੇ ਨੇ। ਆਪਾਂ प्राइस इंडेक्स ਨੂੰ ਵੀ ਦੇਖਾਂਗੇ। ਤਾਂ ਫਰਸਟ ਇਜ਼ ਦਾ GDP ਡੈਫਲੇਟਰ ਐਂਡ ਸੈਕੰਡ ਇਜ਼ ਦਾ ਕੰਜ਼ਿਊਮਰ ਪ੍ਰਾइस इंडेक्स। ਜਿਹੜਾ GDP ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹੜਾ ਡਿਫਲੇਟਰ ਹੈ ਉਹ ਕੀ ਹੁੰਦਾ ਹੈ? ਮਈਅਰਸ ਦਾ ਐਵਰੇਜ ਲੈਵਲ ਆਫ ਪ੍ਰਾਈਸਿਸ ਆਫ ਗੁੱਡਸ ਐਂਡ ਸਰਵਿਸਿਜ਼ ਦੈਟ ਆਰ ਇਨਕਲੂਡਡ ਇਨ GDP। ਕਹਿੰਦੇ ਇਹ ਕੀ ਕਰਦਾ ਹੈ? ਐਵਰੇਜ ਲੈਵਲ ਆਫ ਪ੍ਰਾਈਸਿਸ ਦਾ ਜਿਹੜਾ ਗੁੱਡਸ ਐਂਡ ਸਰਵਿਸਿਜ਼ ਦਾ ਮਈਅਰ ਕਰਦਾ ਹੈ GDP ਦੇ ਵਿੱਚ। ਐਂਡ ਇਟ ਕੈਨ ਬੀ ਯੂਜ਼ ਟੂ ਕਨਵਰਟ ਨੋਮੀਨਲ GDP ਟੂ ਰੀਅਲ GDP। ਜਿਹੜਾ ਹੈ ਆਪਣਾ ਡੈਫਲੇਟਰਸ ਇਹਨੂੰ ਆਪਾਂ ਯੂਜ਼ ਕਰਦੇ ਹਾਂ ਨੋਮੀਨਲ ਤੋਂ ਰੀਅਲ ਵੇਜਿਸ ਦੇ ਵਿੱਚ ਰੀਅਲ GDP ਦੇ ਵਿੱਚ ਚੇਂਜ ਕਰਨ ਦੇ ਲਈ। ਕਹਿੰਦੇ ਇਸ ਦਾ ਇਹ ਕੀ ਕਰਦਾ? ਐਲੀਮੀਨੇਟ ਕਰਦਾ ਇਫੈਕਟ ਆਫ ਪ੍ਰਾਈਸਿਸ ਇਨਕਰੀਜ਼ ਐਂਡ ਡਿਟਰਮਾਈਨ ਦਾ ਰੀਅਲ ਚੇਂਜ ਇਨ ਦਾ ਫਿਜ਼ੀਕਲ ਆਊਟਪੁੱਟ। ਕਹਿੰਦੇ GDP ਡੈਫਲੇਟਰਸ ਦਾ ਫਾਰਮੂਲਾ ਕੀ ਹੈ? ਨੋਮੀਨਲ GDP ਡਿਵਾਈਡ ਬਾय ਰੀਅਲ GDP ਇਨਟੂ 100। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸੈਕੰਡ ਹੈ ਉਹ ਹੈ ਕੰਜ਼ਿਊਮਰ ਪ੍ਰਾइस ਇੰਡੈਕਸ, ਜਿਹਨੂੰ ਆਪਾਂ CPI ਬੋਲਦੇ ਹਾਂ। ਤੁਸੀਂ ਸੁਣਿਆ ਵੀ ਹੋਏਗਾ ਕਿ ਵਾਟ ਇਜ਼ ਕੰਜ਼ਿਊਮਰ ਪ੍ਰਾइस ਇੰਡੈਕਸ। ਮੋਸਟਲੀ ਇਹ ਯੂਜ਼ ਕੀਤਾ ਜਾਂਦਾ ਹੈ ਇਨਫਲੇਸ਼ਨ ਡਿਫਲੇਸ਼ਨਸ ਨੂੰ ਦੇਖਣ ਦੇ ਲਈ। ਤਾਂ ਇਹਦੇ ਵਿੱਚ ਕਹਿੰਦੇ ਕੁਝ ਜਿਹੜੀਆਂ ਕਮੋਡਿਟੀਜ਼ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ। ਅ ਬਾਸਕਟ ਆਫ ਕਮੋਡਿਟੀਜ਼ ਜਿਹੜੀਆਂ ਕਹਿੰਦੇ ਕਾਮਨ ਗੁੱਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਹਰ ਇੱਕ ਜਿਹੜਾ ਪੀਪਲ ਹੈ ਉਹ ਯੂਜ਼ ਕਰਦਾ ਹੈ, ਜਿਨ੍ਹਾਂ ਨੂੰ ਜਿਹੜੀਆਂ ਗੁੱਡਸ ਉਹਨਾਂ ਨੂੰ ਚਾਹੀਦੀਆਂ ਨੇ। ਆ ਬਾਸਕਟ ਆਫ ਕੈਪੀਟਲਸ ਲੈ ਕੇ ਇਹ ਆਪਾਂ ਕੀ ਕਰ ਸਕਦੇ ਹਾਂ? ਉਹਨਾਂ ਦੇ ਜਿਹੜੇ ਕਰੰਟ ਈਅਰ ਦੇ ਪ੍ਰਾਈਸਿਸ ਐਂਡ ਜਿਹੜੇ ਬੇਸ ਈਅਰਸ ਦੇ ਪ੍ਰਾਈਸਿਸ ਨੇ ਉਹਨਾਂ ਨੂੰ ਕੰਪੇਅਰ ਕਰਦੇ ਹਾਂ, ਉਹਨਾਂ ਦੀ ਕੁਆਂਟੀਟੀ ਨੂੰ ਕੰਪੇਅਰ ਕਰਦੇ ਹਾਂ ਤੇ ਉਹਨਾਂ ਦੇ ਪ੍ਰਾਈਸਿਸ ਦੇ ਥਰੂ ਸਾਨੂੰ ਪਤਾ ਲੱਗ ਜਾਂਦਾ ਕਿ ਪਿਛਲੇ ਸਾਲਾਂ ਦੇ ਨਾਲੋਂ ਜਿਹੜਾ ਪ੍ਰਾਈਸ ਹੈ ਉਹ ਇਨਕਰੀਜ਼ ਹੋਇਆ ਜਾਂ ਡਿਕਰੀਜ਼ ਹੋਇਆ, ਵੀ ਇਨਫਲੇਸ਼ਨ ਹੈ ਜਾਂ ਡਿਫਲੇਸ਼ਨ ਹੈ। ਕਹਿੰਦੇ ਤਾਂ ਕੰਜ਼ਿਊਮਰ ਪ੍ਰਾइस ਇੰਡੈਕਸ ਕੀ ਹੁੰਦਾ? CPI ਕੀ ਹੁੰਦਾ ਹੈ? ਕੰਜ਼ਿਊਮਰ ਪ੍ਰਾइस ਇੰਡੈਕਸ ਮਈਅਰਸ, ਇਹ ਸ਼ਾਰਟ ਕੁਐਸਚਨ ਤੁਹਾਨੂੰ ਆ ਸਕਦਾ ਹੈ। ਕੰਜ਼ਿਊਮਰ ਪ੍ਰਾइस ਇੰਡੈਕਸ ਮਈਅਰਸ ਪ੍ਰਾਈਸਿਸ ਬਾय ਆਫ ਬਾਇੰਗ ਫਿਕਸਡ ਬਾਸਕਟ ਆਫ ਕੰਜ਼ਿਊਮਰਸ ਗੁੱਡਸ ਐਂਡ ਸਰਵਿਸਿਜ਼। ਦ ਬਾਸਕਟ ਹੈਵ ਫਿਕਸਡ ਲਿਸਟ ਆਫ ਗੁੱਡਸ ਐਂਡ ਸਰਵਿਸਿਜ਼। ਕਹਿੰਦੇ ਜਿਹੜੀ ਬਾਸਕਟ ਆਪਾਂ ਇਹਦੇ ਵਿੱਚ ਲੈਂਦੇ ਹਾਂ ਉਹਦੇ ਵਿੱਚ ਜਿਹੜੀਆਂ ਗੁੱਡਸ ਨੇ ਉਹ ਤੇ ਸਰਵਿਸਿਜ਼ ਨੇ ਉਹ ਫਿਕਸ ਹੁੰਦੀਆਂ ਨੇ। ਗੁੱਡਸ ਕਿਹੜੀਆਂ ਹੋ ਸਕਦੀਆਂ ਨੇ? ਜਿਵੇਂ ਕਿ ਫੂਡ, ਕਲੋਥਿੰਗ, ਫਿਊਲ ਐਂਡ ਹਾਊਸਿੰਗਸ। ਕਹਿੰਦੇ CPI ਕੀ ਕੈਲਕੂਲੇਟ ਕਰਦਾ? ਮੰਥਲੀ ਬੇਸਿਸ। ਮੰਥਲੀ ਬੇਸਿਸ ਕਹਿੰਦੇ ਜਿਹੜਾ ਆਪਣਾ ਪ੍ਰਾਈਸਿਸ ਨੇ ਉਹਨਾਂ ਨੂੰ ਚੈੱਕ ਕਰਦਾ ਹੈ। GDP deflators is a price index with changing basket। CPI is calculated by the dividing of current cost of the basket of the consumer item by the cost of the same basket of the item of the base period। ਇਹ ਕੰਪੇਅਰ ਕਰਦਾ ਕਿ ਉਸ ਬਾਸਕਟ ਦੀ ਜਿਹੜੀ ਪ੍ਰਾਈਸ ਸੀਗੀ ਉਹ ਬੇਸ ਈਅਰ ਦੇ ਨਾਲ, ਕਰੰਟ ਈਅਰਸ ਦੇ ਵਿੱਚ ਉਸ ਬਾਸਕਟ ਦੀ ਪ੍ਰਾਈਸ ਕੀ ਹੈ ਤੇ ਬੇਸ ਈਅਰਸ ਦੇ ਵਿੱਚ ਉਸ ਬਾਸਕਟ ਦੀ ਪ੍ਰਾਈਸ ਕੀ ਸੀਗੀ। ਵਿਦ ਦ ਹੈਲਪ ਆਫ ਡੈਫਲੇਟਰਸ ਦੇ ਥਰੂ ਇਹ ਜਿਹੜਾ ਆਪਣਾ CPI ਹੈ ਇਹ ਨਿਕਲਦਾ ਹੈ। ਠੀਕ ਹੈ ਕਿ ਜਿਹੜੀਆਂ ਪ੍ਰਾਈਸਿਸ ਨੇ ਉਹ ਚੇਂਜ ਹੋਈਆਂ ਨੇ ਕਿ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਇਆ ਜਾਂ ਡਿਕਰੀਜ਼ ਹੋਇਆ। ਤਾਂ CPI ਦਾ ਫਾਰਮੂਲਾ ਕੀ ਹੈ? ਪ੍ਰਾਈਸ ਆਫ ਬਾਸਕਟ ਇਨ ਕਰੰਟ ਈਅਰ ਡਿਵਾਈਡ ਬਾਈ ਪ੍ਰਾਈਸ ਆਫ ਬਾਸਕਟ ਇਨ ਬੇਸ ਈਅਰ ਇਨਟੂ 100। CPI ਦਾ ਫਾਰਮੂਲਾ ਹੈ ਕਿ ਜਿਹੜੀ ਆਪਣੀ ਬਾਸਕਟ ਦੀ ਪ੍ਰਾਈਸ ਸੀਗੀ ਕਰੰਟ ਈਅਰ ਦੇ ਵਿੱਚ ਕਿੰਨੀ ਹੈ, ਜਦੋਂ ਆਪਾਂ ਡਿਵਾਈਡ ਕਰਾਂਗੇ ਬਾਸਕਟ ਦੀ ਪ੍ਰਾਈਸ ਜਿਹੜੀ ਬੇਸ ਈਅਰ ਦੇ ਵਿੱਚ ਕਿੰਨੀ ਸੀਗੀ ਉਸ ਦੇ ਨਾਲ ਤੇ ਇਨਟੂ 100 ਕਰਾਂਗੇ ਤਾਂ ਜਿਹੜੀ ਸਾਡੀ ਕੰਜ਼ਿਊਮਰ ਪ੍ਰਾइस ਇੰਡੈਕਸ ਹੈ ਉਹ ਕੈਲਕੂਲੇਟ ਹੋ ਜਾਏਗੀ। ਤਾਂ ਉਸ ਤੋਂ ਬਾਅਦ ਹੈ ਸਾਡਾ ਇਨਫਲੇਸ਼ਨ ਰੇਟ। ਇਨਫਲੇਸ਼ਨ ਕੀ ਹੁੰਦਾ ਹੈ? ਕਹਿੰਦੇ ਤਾਂ ਇਨਫਲੇਸ਼ਨ ਰੇਟ is the rate at which the general level of prices increases per period। ਤੁਹਾਨੂੰ ਪਤਾ ਹੀ ਆਪ ਤੁਸੀਂ ਸੁਣੀ ਹੋਣਾ ਕਿ ਆਪਣਾ ਜੋ ਬਿਜ਼ਨਸ ਸਾਈਕਲ ਹੈ, ਬਿਜ਼ਨਸ ਸਾਈਕਲ ਦੇ ਵਿੱਚ ਕਹਿੰਦੇ 4 ਜਿਹੜੀਆਂ ਸਿਚੁਏਸ਼ਨਸ ਨੇ ਆਉਂਦੀਆਂ ਨੇ, 4 ਸਾਈਕਲਸ ਆਉਂਦੇ ਨੇ। ਫਸਟ ਇਜ਼ ਅ ਬੂਮ, ਡਿਪਰੈਸ਼ਨ, ਰਿਕਵਰੀ, ਰਿਸੈਸ਼ਨਸ। ਠੀਕ ਹੈ ਤਾਂ ਜਿਹੜਾ ਬੂਮ ਪੀਰੀਅਡ ਹੁੰਦਾ, ਬੂਮ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ? ਡਿਮਾਂਡ ਜਿਹੜੀ ਹੈ ਸਪਲਾਈ ਦੇ ਨਾਲੋਂ ਇਨਕਰੀਜ਼ ਹੋ ਜਾਂਦੀ ਹੈ ਜਿਹਦੇ ਕਰਕੇ ਪ੍ਰਾਈਸਿਸ ਕੀ ਹੋ ਜਾਂਦੀਆਂ ਨੇ? ਬਹੁਤ ਜ਼ਿਆਦਾ ਹਾਈ ਹੋ ਜਾਂਦੀਆਂ ਨੇ। ਤਾਂ ਇਨਫਲੇਸ਼ਨ ਇਨਕਰੀਜ਼ ਹੋ ਜਾਂਦਾ। ਤਾਂ ਇਨਫਲੇਸ਼ਨ ਰੇਟ ਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਪ੍ਰਾਈਸਿਸ ਨੇ ਜਿਹੜੀਆਂ ਉਹ ਕਰੰਟ ਈਅਰਸ ਦੇ ਵਿੱਚ ਬੇਸ ਈਅਰਸ ਦੇ ਨਾਲੋਂ ਕਿੰਨੀਆਂ ਚੇਂਜ ਹੋਈਆਂ, ਕਿੰਨਾ ਜਿਹੜਾ ਇਨਫਲੇਸ਼ਨ ਹੈ ਹੋਇਆ, ਕਿੰਨਾ ਡਿਫਲੇਸ਼ਨ ਹੈ ਜਿਹੜਾ ਉਹ ਹੋਇਆ। then inflation rate is the rate which the general level of prices increases। ਕਹਿੰਦੇ ਇਨਫਲੇਸ਼ਨ ਦੇ ਵਿੱਚ ਹੁੰਦਾ ਕਿਸੇ ਪਾਰਟਿਕੂਲਰ ਪੀਰੀਅਡ ਦੇ ਵਿੱਚ ਜਿਹੜੀ ਪ੍ਰਾਈਸਿਸ ਨੇ ਉਹ ਕੀ ਹੋ ਜਾਂਦੀਆਂ ਨੇ, ਕਿਸੇ ਵੀ ਕਮੋਡਿਟੀ ਦੀਆਂ ਇਨਕਰੀਜ਼ ਹੋ ਜਾਂਦੀਆਂ ਨੇ। ਇਹਨਾਂ ਨੂੰ ਮੈਜ਼ਰ ਕਰਨ ਦਾ ਤਰੀਕਾ ਕੀ ਹੈ? ਇਨਫਲੇਸ਼ਨ ਰੇਟ ਇਕੁਅਲ ਟੂ ਪ੍ਰਾਈਸ ਆਫ
बेस ईयर माइनस प्राइस ऑफ करंट ईयर डिवाइड बाय प्राइस ऑफ बेस ईयर्स इनटू 100। ਜਦੋਂ ਆਪਾਂ ਬੇਸ ਈਅਰਸ ਤੇ ਕਰੰਟ ਈਅਰਸ ਜਾਂ ਪ੍ਰਾਈਸਿਸ ਨੂੰ ਮਾਈਨਸ ਕਰਾਂਗੇ ਤੇ ਡਿਵਾਈਡ ਬਾਈ ਬੇਸ ਈਅਰ ਦੇ ਪ੍ਰਾਈਸਿਸ ਨੂੰ ਕਰਾਂਗੇ ਇਨਟੂ 100 ਕਰਾਂਗੇ ਤਾਂ ਸਾਨੂੰ ਉਸ ਕਮੋਡਿਟੀ ਤੇ ਜਿਹੜਾ ਇਨਫਲੇਸ਼ਨ ਰੇਟ ਹੈ ਉਹਦਾ ਪਤਾ ਲੱਗ ਜਾਏਗਾ ਕਿ ਇਨਫਲੇਸ਼ਨ ਹੋਇਆ ਹੈ ਜਾਂ ਇਨਕਰੀਜ਼ ਹੋਇਆ ਹੈ ਜਾਂ ਡਿਕਰੀਜ਼। ਜਿਵੇਂ ਕਿ ਫੋਰ ਐਗਜ਼ਾਮਪਲ ਇਨਫਲੇਸ਼ਨ ਰੇਟ ਨੂੰ ਚੈੱਕ ਕਰਨ ਦੇ ਲਈ ਆਪਾਂ ਕਿੱਦਾਂ ਕਰ ਸਕਦੇ ਹਾਂ, ਜਿਵੇਂ ਕਿ ਕੋਈ ਵੀ ਕਮੋਡਿਟੀ ਹੈ जीडीपी डिफॉल्टर्स के थ्रू चेक कर सकते हैं कि कोई भी कमोडिटी है पहला ਉਹਦਾ ਪ੍ਰਾਈਸ ਕਿੰਨਾ ਸੀਗਾ 112 ਸੀਗਾ ਤੇ ਹੁਣ ਉਹਦਾ ਪ੍ਰਾਈਸ ਕਿੰਨਾ ਹੈ 112 ਹੈ, ਪਹਿਲਾ ਉਹਦਾ ਪ੍ਰਾਈਸ ਕਿੰਨਾ ਸੀਗਾ 100 ਸੀਗਾ। ਦੈਨ ਫਿਰ ਆਪਾਂ ਕੀ ਕਰਾਂਗੇ ਪਹਿਲਾ ਵਾਲਾ ਪ੍ਰਾਈਸ 112 ਮਾਈਨਸ ਹੁਣ ਵਾਲਾ ਪ੍ਰਾਈਸ 100 ਡਿਵਾਈਡ ਬਾय ਪਹਿਲਾ ਵਾਲਾ ਪ੍ਰਾਈਸ 112 ਕਰਾਂਗੇ ਇਨਟੂ 100 ਕਰਾਂਗੇ ਤਾਂ ਕੀ ਆ ਜਾਏਗਾ ਇਕੁਅਲ ਟੂ 12 ਆ ਜਾਏਗਾ। करंट प्राइस माइनस बेस प्राइस डिवाइड बाय बेस प्राइस इक्वल टू इन्फ्लेशन रेट। ठीक है, करंट प्राइस कितना सीगा 112 माइनस पहला वाला प्राइस की 100 डिवाइड बाय पहला वाला प्राइस कितना सी 100 112 माइनस 100 डिवाइड बाय 100 कितना आ जाएगा ਤੁਹਾਡੇ ਕੋਲ 12 डिवाइड बाय 100 आ जाएगा जो आ जाएगा ਤੁਹਾਡੇ ਕੋਲ 12%। क्योंकि इनटू भी करना अपने इनटू 100 भी करना है 12 इंटू 100 डिवाइड बाय 100 तब ਤੁਹਾਡੇ ਕੋਲ ਆ ਜਾਏਗਾ 12% ਜਿਹੜਾ ਹੈ ਕਿਸੇ ਵੀ ਕਮਿਊਨਿਟੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕੀ ਹੋਇਆ ਹੈ ਇਨਫਲੇਸ਼ਨ ਰੇਟ 12% ਹੈ, मतलब 12% ਜਿਹੜੀ ਪ੍ਰਾਈਸ ਹੈ ਕਿਸੇ ਵੀ ਕਮਿਊਨਿਟੀ ਦੀ ਉਹ ਕੀ ਹੋਈ ਹੈ ਇਨਕਰੀਜ਼ ਹੋਈ ਹੈ। ਨੈਕਸਟ ਇਜ਼ ਆ नेट डोमेस्टिक प्रोडक्ट एट फैक्टर कॉस्ट माइनस NDP। ਇਹਨੂੰ ਆਪਾਂ ਬੋਲਦੇ ਹਾਂ ਕਿ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਮਾਈਨਸ ਜਦੋਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਕੀ ਹੁੰਦੀ ਹੈ NDPF ਦੀ ਗੱਲ ਕੀਤੀ ਗਈ ਇੱਥੇ। ਦੈਨ ਇੱਥੇ ਕੀ ਹੈ ਇਹ NDPFC ਫੈਕਟਰ ਕਾਸਟ ਤੇ ਗੱਲ ਕੀਤੀ ਗਈ ਹੈ ਤਾਂ ਨੈਟ ਡੋਮੈਸਟਿਕ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਜੋ ਟੈਰੀਟਰੀ ਹੈ ਉਹਦੇ ਅੰਡਰ NDP एट FC ਹੁੰਦਾ ਹੈ NDP एट MC ਹੁੰਦਾ ਹੈ। ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸਿਸ ਤੇ ਕਹਿੰਦੇ ਆਪਾਂ ਕਿੱਦਾਂ ਕਰ ਸਕਦੇ ਇਹਦੇ ਵਿੱਚੋਂ ਜਦੋਂ ਆਪਾਂ ਐਕਸਪੈਂਡੀਚਰਸ ਮੈਥਡ ਦੀ ਹੈਲਪ ਦੇ ਨਾਲ ਕਰ ਲੈਂਦੇ ਹਾਂ। ਐਕਸਪੈਂਡੀਚਰ ਮੈਥਡ ਤੁਹਾਨੂੰ ਪਤਾ ਹੀ ਹੈ ਕਿ ਇਸ ਦੇ ਵਿੱਚ ਕੀ ਹੋਏਗਾ ਜਦੋਂ ਇਹ ਕੱਢਣਾ ਹੈ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਸ ਨੂੰ ਕੱਢਣ ਦੇ ਲਈ ਪ੍ਰਾਈਵੇਟ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ प्राइवेट जो एक्सपेंडिचर है ਉਹਦਾ प्लस करेंगे प्लस गवर्नमेंट एक्सपेंडिचर प्लस ग्रॉस डोमेस्टिक फिक्स्ड कैपिटल फॉर्मेशन प्लस चेंज इन स्टॉक और इन्वेंट्री इन्वेस्टमेंट प्लस नेट एक्सपोर्ट करेंगे अपने को की निकल आएगा ग्रॉस डोमेस्टिक प्रोडक्ट एट मार्केट प्राइस निकल आएगी। जो ਆਪਾਂ ग्रॉस डोमेस्टिक प्रोडक्ट एट मार्केट प्राइस ਦੇ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਨਿਕਲ ਆਏਗੀ। ਜਦੋਂ ਅਸੀਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦੇ ਵਿੱਚੋਂ ਮਾਈਨਸ ਕਰਾਂਗੇ ਨੈਟ ਇਨਡਾਇਰੈਕਟ ਟੈਕਸਿਸ ਤਾਂ ਸਾਡੇ ਕੋਲ ਜਿਹੜੀ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸਿਸ ਆ ਉਹ ਕੈਲਕੂਲੇਟ ਹੋ ਜਾਏਗੀ। ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਨੂੰ ਕੈਲਕੂਲੇਟ ਕਰਨ ਦੇ ਲਈ ਸਾਨੂੰ ਕੀ ਕਰਨਾ ਪਏਗਾ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਮੀਨਸ NDP MP ਦੇ ਵਿੱਚੋਂ ਨੈਟ ਇਨਡਾਇਰੈਕਟ ਟੈਕਸਿਸ ਮਾਈਨਸ ਕਰਾਂਗੇ ਸਾਡੇ ਕੋਲ ਜਿਹੜੀ NDPFC ਹੈ ਉਹ ਨਿਕਲ ਆਏਗੀ। ਜਦੋਂ ਅਸੀਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਪ੍ਰਾਈਸਿਸ ਦੇ ਵਿੱਚ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਪਲਸ ਕਰਾਂਗੇ ਤਾਂ ਸਾਡੀ ਜਿਹੜੀ ਨੈਸ਼ਨਲ ਇਨਕਮ ਹੈ ਉਹ ਕੀ ਹੋ ਜਾਏਗੀ ਕੈਲਕੂਲੇਟ ਹੋ ਜਾਏਗੀ। ਨੈਕਸਟ ਇਜ਼ ਲਿਮਿਟੇਸ਼ਨਸ ਆਫ GDP ਕੀ ਲਿਮਿਟੇਸ਼ਨਸ ਨੇ GDP ਦੀਆਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੀਆਂ ਕਹਿੰਦੇ ਜੋ ਆਪਾਂ ਨੇ 3 ਮੈਥਡ ਸੇ ਲਿਖਤੇ ਸੀਗੇ ਇਨਕਮ ਮੈਥਡ ਐਕਸਪੈਂਡੀਚਰ ਮੈਥਡ ਐਂਡ ਪ੍ਰੋਡਕਟ ਮੈਥਡ ਜਿਹਨੂੰ ਆਪਾਂ ਵੈਲਿਊ ਐਡਡ ਮੈਥਡ ਵੀ ਕਹਿੰਦੇ ਆ। ਉਹਦੀਆਂ ਕੀ ਲਿਮਿਟੇਸ਼ਨਸ ਨੇ ਕੀ ਪ੍ਰੋਬਲਮਸ ਨੇ ਜਦੋਂ ਆਪਾਂ GDP ਨੂੰ ਮੈਜ਼ਰ ਕਰਦੇ ਆ ਤਾਂ ਫਰਸਟ ਇਜ਼ ਕੰਜ਼ੰਪਸ਼ਨ ਕੰਪਨਸੇਸ਼ਨ ਆਫ GDP। ਕਹਿੰਦੇ ਕੰਪਨਸੇਸ਼ਨ ਜੋ ਆਪਾਂ ਨੇ ਦੇਖਿਆ ਹੈ ਕਿ ਕੰਪੋਜੀਸ਼ਨਸ ਆਫ GDP ਦੇ ਵਿੱਚ ਕੀ ਆ ਕਹਿੰਦੇ ਇਫ GDP measures because of increase in productions of war products ਕੰਪਨਸੇਸ਼ਨ ਆਪਾਂ ਨੇ ਦੇਖਿਆ ਹੈ ਕਿ ਪ੍ਰਾਈਵੇਟ ਸੈਕਟਰ ਪਲਸ ਪਬਲਿਕ ਸੈਕਟਰ ਪਲਸ ਜਿਹੜਾ ਹੈ ਆਪਣਾ ਟਰਸ਼ਰੀ ਸੈਕਟਰ ਮੀਨਸ ਪ੍ਰਾਇਮਰੀ ਸੈਕੰਡਰੀ ਐਂਡ ਟਰਸ਼ਰੀ ਤਿੰਨੇ ਸੈਕਟਰਸ ਦੇ ਵਿੱਚ ਜੋ ਵੀ ਪ੍ਰੋਡਕਸ਼ਨ ਹੋਈ ਆਪਾਂ ਉਹਨੂੰ ਕੈਲਕੂਲੇਟ ਕਰਾਂਗੇ ਸਾਡੀ GDP ਕੈਲਕੂਲੇਟ ਹੋ ਜਾਏਗੀ।
जबकि ऐसा नहीं होंदा। आपां ये नहीं देखते कि जिहड़ा अपना गवर्नमेंट सैक्टर है, गवर्नमेंट सैक्टर्स दे विच कहंदे कई जिहड़े बाहर प्रोडक्ट्स ने, बाहर प्रोडक्ट्स भी प्रोड्यूस होंदे ने, जिवें कि टैंक्स हो गए, अपने विपन्स हो गए, बंब हो गए, ठीक है। तद कहंदे इन्हां दे थ्रू जिहड़ी साडी इकोनमी है, इकोनमी दे विच वेलफेयर नहीं होएगी, इकनॉमिक एक इकोनॉमी दे विच परफॉर्मेंस अच्छी नहीं होएगी, क्योंकि इदां दे जिहड़े विपन्स ने उन्हां नूं सिर्फ वार दे टाइम यूज़ कीता जांदा है। तद कहंदे इहदे थ्रू साडी इकोनॉमी परफॉर्मेंस, इकोनॉमी दी ग्रो नहीं करेगी। तद कहंदे ये जिहड़ा है अपने इस तरह के प्रोडक्ट्स ने, इन्हां दी जिहड़ी प्रोडक्शन है उन्होंने, प्रोडक्शन की वैल्यू है जां एक्सपेंडिचर है जां इनकम है, उन्होंने ऐड नहीं किया जाना चाहिए। सैकेंड इज पॉपूलेशन अफैक्ट इग्नोर। कहते आपने ये तो लिख लिया कि प्राइवेट प्लस सैकेंडरी प्लस टर्शरी तिन्ने सैक्टर्स के जिन्ने भी इंडिविजुअल्स ने जो उन्होंने इनकम ग्रो होएगी तो उन्होंने इनकम एक्सपेंडिचर एंड कंजम्पशन जो आप लवांगे तब फिर की होएगा, अपनी जो भी GDP है इनक्रीज होएगी। लेकिन आप ये नहीं देखते कि GDP इनक्रीज होने का मेन मोटिव, मेन रीजन क्या, पॉपूलेशन का इनक्रीज होना। कि अगर पॉपुलेशन इंक्रीज हो रही है, पर कैपिटा इनकम इंक्रीज हो रही है, तद अपनी GDP इंक्रीज हो रही है। लेकिन पॉपुलेशन इंक्रीज होने के नाल जो प्रॉब्लम्स ने आप ये नहीं देखते, इन्हों इग्नोर करते हैं। ये जरूरी नहीं हैगा कि GDP इंक्रीज होने के नाल कि अपनी इकोनॉमी जो इकोनॉमिक परफॉर्मेंस है वो अच्छी होगी। पॉवर्टी भी दूसरे सैक्शन के विच की हो सकती है, इंक्रीज हो सकती है। कहते पॉपुलेशन के इफैक्ट को इग्नोर किया है। अगे है लार्ज कंट्रीब्यूशंस बाय फ्यू। कहते ये की लिखता है GDP मे बी हाई बट इट मे बी कंट्रीब्यूटेड बाय फ्यू। कहते GDP हाई जरूर हो सकता है, ये जरूरी नहीं है कि सारे सैक्टर्स के थ्रू GDP दे विच इंक्रीज आया हो। प्राइवेट सैकेंडरी का मेन रीजन हो सकता है GDP इंक्रीज होने, टर्शरी का नहीं हो सकता है। कहते डिफरेंट सैक्टर्स के इन्होंने इक्वली लिखता है, जबकि किसी सैक्टर्स का ज़्यादा योगदान होंदा है, किसी का की होंदा है घट होंदा है। कहते ये थ्रू किसी सैक्टर्स के इकोनॉमिक ग्रोथ ज़्यादा होगी, किसी के घट होगी। GDP इग्नोर्स क्वालिटी ऑफ इन्वायरमेंट। कहते इन्होंने बोलिया कि GDP इंक्रीज होएगा तो इकोनॉमिक परफॉर्मेंस अच्छी होएगी, लेकिन नहीं, GDP इंक्रीज होने नाल इकोनॉमिक परफॉर्मेंस अच्छी होएगी या नहीं आप नहीं कह सकते, क्योंकि जो प्रोडक्शन इंक्रीज होती है, गुड्स एंड सर्विसेज को आप प्रोड्यूस करते हैं तो अपनी जी डिफरेंट टाइप्स ऑफ प्रॉब्लम्स ने इंक्रीज होंगे ने, इन्वायरमेंट डिग्रेड होंदा, वो अपना जो है एयर पोल्यूशन, नॉइज पोल्यूशन, ठीक है, वाटर पोल्यूशन होंदा है। कहते इन्वायरमेंट डिग्रेड जो हो रहा है वो अफैक्ट है जो जोड़ा साडा इकोनॉमी से पेगा, इकोनॉमी की परफॉर्मेंस से पेगा, अपनी हैल्थ से पेगा। कहते आप टोटली की करते हैं, इग्नोर करते हैं। ओनली लीगल प्रोडक्ट्स आर इंक्लूडेड। कहते GDP के सिर्फ जी अपनी इनकम में देखा गया है, GDP के सिर्फ लीगल प्रोडक्ट्स लिता गया है, जबकि कहते बहुत सारे ट्रांजैक्शनस ऐदा दी होंदियां ने जिहदे विच जिहड़े इलीगल प्रोडक्ट्स ने वो भी ले जाते हैं। तब ये सीगियां साडियां लिमिटेशंस ऑफ GDP, ठीक है, कि GDP दे विच किहड़ियां जिहड़ियां लिमिटेशंस ने। दैन उस तो बाद है साडा बैलेंसिंग ऑफ पेमेंट्स, नैशनल इनकम अकाउंटिंग फॉर ओपन इकोनॉमी। हुण तुसीं देखें कि नैशनल इनकम अकाउंटिंग दे विच जिहड़ी साडी एक ओपन इकोनॉमी है, बैलेंस ऑफ पेमेंट्स ने उहदा बहुत अफैक्ट पैंदा है। तो बैलेंस ऑफ पेमेंट्स इन ओपन इकोनॉमी की हुंदा है, तो तुहानूं पता ही है कि बैलेंस ऑफ पेमेंट का मतलब है कि BOP, जिन्हों आप बैलेंस ऑफ ट्रेड या बैलेंस ऑफ पेमेंट कहने हैं, लेकिन बैलेंस ऑफ पेमेंट्स इज अ ब्रॉड टर्म एंड बैलेंस ऑफ जी ट्रेड है इज अ नैरो टर्म्स। कहते दोनों का अफैक्ट पैंदा है अपनी जो भी है GDP ते। तो सब तो पहला असीं देखते हैं बैलेंस ऑफ पेमेंट, कहते फेवरेबल होंदी है, अनफेवरेबल होंदी है। तो जी अपनी ओपन इकोनॉमी है, सब तो पहले देखो ओपन ते क्लोज इकोनॉमी। जी इकोनॉमी है टू टाइप्स की होंदी है, एक तो होंदी है ओपन इकोनॉमी, एक होंदी है अपनी क्लोज इकोनॉमी। ओपन इकोनॉमी दे विच की हुंदा है, जो कहते अपना जिहड़े 4 सैक्टर्स होंदे ने, 4 सैक्टर जिहड़ी इकोनॉमी होंदी है, जिहदे विच अपना की हुंदा है, एक तो अपना हाउस होल्ड सैक्टर होंदा है, एक अपना प्रोड्यूसर सैक्टर होंदा है, जो अपने कल पढ़िया सी हाउस होल्ड सैक्टर, प्रोड्यूसर सेक्टर्स एंड गवर्नमेंट सेक्टर्स एंड अपना फॉरेन सेक्टर, ठीक है, इंटरनेशनल सेक्टर्स। जो ये चारे सैक्टर्स इकट्ठे होंगे दैट इज अ ओपन इकोनॉमी। मतलब अपनी इकोनॉमी के जो है एक्सपोर्ट इंपोर्ट और डिफरेंट कंट्रीज के नाल हो रहा है। तो ओपन इकोनॉमी के जो प्रॉब्लम्स ने मोस्टली की आउंदियां ने, BOP दे नाल रिलेटेड प्रॉब्लम्स आउंदियां ने, बैलेंस ऑफ पेमेंट नाल रिलेटेड प्रॉब्लम्स आउंदियां ने। हुण साडी जिहड़ी GDP है, GDP दे विच इनकम फ्रॉम अब्रॉड आउंदी है, नैट इनकम फ्रॉम अब्रॉड।
ਨੈਟ ਇਨਕਮ ਫਰੋਮ ਅਬਰੋਡ ਮੀਨਸ ਜਿਹਦੇ ਵਿੱਚ ਕੀ ਹੁੰਦਾ ਹੈ ਐਕਸਪੋਰਟ ਮਾਈਨਸ ਇੰਪੋਰਟ, ਕਿ ਸਾਡੇ ਜੋ ਰਿਸਿਪਟਸ ਨੇ ਉਹ ਕਿੰਨੀਆਂ ਨੇ ਤੇ ਜਿਹੜੀ ਸਾਡੀਆਂ ਪੇਮੈਂਟਸ ਨੇ ਉਹ ਕਿੰਨੀਆਂ ਨੇ। ਅਗਰ ਸਾਡੀ ਜਿਹੜੀਆਂ ਰਿਸਿਪਟਸ ਨੇ ਪੇਮੈਂਟਸ ਦੇ ਨਾਲੋਂ ਜ਼ਿਆਦਾ ਹੋਣ ਤਾਂ ਸਾਨੂੰ ਐਦਾਂ ਹੁੰਦਾ ਹੈ ਕਿ ਸਾਡੀ ਬੀਓਪੀ ਫੇਵਰੇਬਲ ਹੈ। ਬੀਓਪੀ ਫੇਵਰੇਬਲ ਹੈ ਮੀਨਸ ਸਾਡੇ ਜਿਹੜੀ ਆਮਦਨ ਹੈ ਜ਼ਿਆਦਾ ਹੈ, ਸਾਡੀ ਜਿਹੜੀ ਲਾਗਤ ਹੈ ਉਹ ਕੀ ਘੱਟ ਹੈ, ਪੇਮੈਂਟਸ ਘੱਟ ਨੇ, ਸਾਡੇ ਇੰਪੋਰਟ ਘੱਟ ਨੇ, ਐਕਸਪੋਰਟ ਜ਼ਿਆਦਾ ਨੇ। ਅਨਫੇਵਰੇਬਲ ਬੀਓਪੀ ਕਦੋਂ ਹੋਏਗਾ, ਜਦੋਂ ਸਾਡੇ ਐਕਸਪੋਰਟਸ ਘੱਟ ਹੋਣਗੇ ਤੇ ਇੰਪੋਰਟ ਜ਼ਿਆਦਾ ਹੋਣਗੇ। ਐਕਸਪੋਰਟਸ ਮੀਨਸ ਅਸੀਂ ਜਿਹੜੇ ਰਿਸਿਪਟਸ ਨੇ ਸਾਡੇ ਘੱਟ ਨੇ ਲੇਕਿਨ ਜਿਹੜੇ ਸਾਡੇ ਇੰਪੋਰਟ ਨੇ ਉਹ ਜ਼ਿਆਦਾ ਨੇ, ਪੇਮੈਂਟ ਸਾਡੀਆਂ ਜ਼ਿਆਦਾ ਨੇ, ਤਾਂ ਬੀਓਪੀ ਸਾਡਾ ਕੀ ਹੋਏਗਾ ਅਨਫੇਵਰੇਬਲ ਹੋਏਗਾ। ਤਦ ਕਹਿੰਦੇ ਦੇਖੋ ਇੱਕ ਤਾਂ ਆਪਣਾ ਬੀਓਪੀ ਬੈਲੈਂਸ ਆਫ ਟ੍ਰੇਡ ਹੁੰਦਾ ਹੈ। ਸਭ ਤੋਂ ਪਹਿਲਾਂ ਦੇਖੋ ਕਰੰਟ ਅਕਾਊਂਟ ਦੇ ਵਿੱਚ ਕੀ ਹੁੰਦਾ, ਬੈਲੈਂਸ ਆਫ ਟ੍ਰੇਡ ਹੁੰਦਾ ਹੈ, ਬੈਲੈਂਸ ਆਫ ਸਬਸਿਡੀਜ਼ ਹੁੰਦਾ ਹੈ ਐਂਡ ਯੂਨੀਲੇਟਰਲ ਟ੍ਰਾਂਸਫਰ ਹੁੰਦਾ ਹੈ। ਤਾਂ ਬੈਲੈਂਸ ਆਫ ਟ੍ਰੇਡ ਕਿਉਂਕਿ ਬੀਓਪੀ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ, ਇਹਦੇ ਵਿੱਚ ਵਿਜ਼ੀਬਲ ਗੁੱਡਸ ਵੀ ਹੁੰਦੀਆਂ ਨੇ, ਇਨਵਿਜ਼ੀਬਲ ਗੁੱਡਸ ਵੀ ਹੁੰਦੀਆਂ ਨੇ। ਤਾਂ ਕਰੰਟ ਅਕਾਊਂਟ ਦੇ ਵਿੱਚ ਕੀ ਆਏਗਾ, ਬੈਲੈਂਸ ਆਫ ਟ੍ਰੇਡ ਆਏਗਾ। ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਕੀ ਹੁੰਦਾ ਹੈ, ਜਿਹੜੀਆਂ ਆਪਣੀਆਂ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਨੂੰ ਐਕਸਪੋਰਟ ਇੰਪੋਰਟ ਕੀਤਾ ਜਾਂਦਾ ਹੈ। ਬੈਲੈਂਸ ਆਫ ਟ੍ਰੇਡ ਆਪਣਾ ਫੇਵਰੇਬਲ ਕਦੋਂ ਹੋਏਗਾ, ਜਦੋਂ ਐਕਸਪੋਰਟ ਜ਼ਿਆਦਾ ਹੋਣਗੇ ਤੇ ਇੰਪੋਰਟ ਘੱਟ ਹੋਣਗੇ। ਠੀਕ ਹੈ, ਇਹਦੇ ਵਿੱਚ ਸਿਰਫ ਵਿਜ਼ੀਬਲ ਗੁੱਡਸ ਨੂੰ ਲਿੱਤਾ ਜਾਂਦਾ ਹੈ। ਤੇ ਬੈਲੈਂਸ ਆਫ ਸਰਵਿਸਿਜ਼ ਦੇ ਵਿੱਚ ਆਪਾਂ ਕੀ ਲਵਾਂਗੇ, ਸਰਵਿਸਿਜ਼ ਲਵਾਂਗੇ। ਤੇ ਇਹਦੇ ਵਿੱਚ ਬੈਂਕਿੰਗ, ਇੰਸ਼ੋਰੈਂਸ, ਨਿਊ ਏਜੰਸੀ ਸਰਵਿਸਿਜ਼ ਆ ਜਾਣਗੀਆਂ, ਇਟਸ ਆ ਜਾਣਗੀਆਂ, ਟ੍ਰਾਂਸਫਰ ਆ ਜਾਣਗੀਆਂ। ਠੀਕ ਹੈ, ਤੇ ਉਸ ਤੋਂ ਬਾਅਦ ਹੈ ਯੂਨੀਲੇਟਰਲ ਟ੍ਰਾਂਸਫਰ। ਯੂਨੀਲੇਟਰਲ ਟ੍ਰਾਂਸਫਰ ਦੇ ਵਿੱਚ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਆ ਜਾਣਗੀਆਂ ਜਿਹੜੀਆਂ ਅਨਦਰ ਕੰਟਰੀ ਦੇ ਥਰੂ ਕੀ ਕੀਤੀਆਂ ਜਾਂਦੀਆਂ ਨੇ, ਲਿੱਤੀਆਂ ਜਾਂਦੀਆਂ ਨੇ, ਗਿਫਟ ਕੀਤੀਆਂ ਜਾਂਦੀਆਂ ਨੇ। ਇਹਦੇ ਵਿੱਚ ਗਿਫਟ ਆ ਜਾਣਗੇ, ਇਟਸ ਆ ਜਾਣਗੀਆਂ, ਸਰਵਿਸਿਜ਼ ਐਂਡ ਗੁੱਡਸ ਆ ਜਾਣਗੀਆਂ ਜੋ ਦੂਸਰੀ ਕੰਟਰੀ ਲੈਂਦੀ ਹੈ। ਦਿਸ ਇਜ਼ ਅ ਯੂਨੀਲੇਟਰਲ ਟ੍ਰਾਂਸਫਰ। ਤਾਂ ਕਰੰਟ ਅਕਾਊਂਟ ਦੇ ਵਿੱਚ ਬੈਲੈਂਸ ਆਫ ਟ੍ਰੇਡ ਪਲੱਸ ਬੈਲੈਂਸ ਆਫ ਸਰਵਿਸਿਜ਼ ਪਲੱਸ ਯੂਨੀਲੇਟਰਲ ਟ੍ਰਾਂਸਫਰਸ ਆਉਣਗੀਆਂ। ਉਸ ਤੋਂ ਬਾਅਦ ਕੈਪੀਟਲ ਅਕਾਊਂਟ। ਕੈਪੀਟਲ ਅਕਾਊਂਟ ਦੇ ਵਿੱਚ ਕਹਿੰਦੇ ਕੀ ਹੁੰਦਾ, ਕੈਪੀਟਲ ਅਕਾਊਂਟ ਮੋਸਟਲੀ ਹੁੰਦਾ ਕੀ ਹੈ, ਇਟ ਰਿਕਾਰਡਸ ਆਲ ਦਾ ਟ੍ਰਾਂਜੈਕਸ਼ਨਸ ਵਿਚ ਕਾਜ਼ਿਸ ਅ ਚੇਂਜ ਇਨ ਦਾ ਐਸਿਡਸ ਐਂਡ ਲਾਇਬਿਲਿਟੀ ਆਫ ਅ ਕੰਟਰੀ। ਜਦੋਂ ਕਹਿੰਦੇ ਕੰਟਰੀ ਦੇ ਇਹਦੇ ਵਿੱਚ ਕੀ ਆਉਂਦੇ ਨੇ, ਐਸਿਡਸ ਐਂਡ ਲਾਇਬਿਲਿਟੀਜ਼ ਆਉਂਦੇ ਨੇ, ਮੀਨਸ ਜੋ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ ਉਹ ਆਉਂਦੀ ਆ ਕਿ ਕਿਸ ਤਰ੍ਹਾਂ ਜਿਹੜੀਆਂ ਡਿਫਰੈਂਟ ਕੰਟਰੀਜ਼ ਨੇ ਉਹ ਜਿਹੜੀਆਂ ਫਾਈਨਾਂਸ ਆ ਬੋਰੋ ਕਰਦੀਆਂ ਨੇ ਜਾਂ ਦੂਸਰੀ ਕੰਟਰੀਜ਼ ਨੂੰ ਕੀ ਆ ਲੋਨ ਤੇ ਦਿੰਦੀਆਂ ਨੇ। ਤਾਂ ਫਸਟਲੀ ਇਹਦੇ ਵਿੱਚ ਕੀ ਆਏਗਾ, ਫੋਰਨ ਇਨਵੈਸਟਮੈਂਟ ਆਏਗੀ। ਫੋਰਨ ਡਾਇਰੈਕਟ ਇਨਵੈਸਟਮੈਂਟ, ਫੋਰਨ ਇਨਵੈਸਟਮੈਂਟ ਤੁਹਾਨੂੰ ਪਤਾ ਹੈ ਕਿ ਫੋਰਨ ਇਨਵੈਸਟਮੈਂਟ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਐਫਡੀਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਐਂਡ ਪੋਰਟਫੋਲੀਓ ਇਨਵੈਸਟਮੈਂਟ। ਪੋਰਟਫੋਲੀਓ ਇਨਵੈਸਟਮੈਂਟ ਕੀ ਹੁੰਦੀ ਆ, ਕਹਿੰਦੇ ਜਿਹਦੇ ਵਿੱਚ ਕੀ ਆ, portfolio investment is it is the acquisitions of an assets that does not give the purchase control over assets, purchase of shares and bonds। ਇਹਦੇ ਵਿੱਚ ਕੀ ਆ, ਪੋਰਟਫੋਲੀਓ ਇਨਵੈਸਟਮੈਂਟ ਦੇ ਵਿੱਚ ਸ਼ੇਅਰਸ ਤੇ ਬੌਂਡਸ ਤੇ ਕੀ ਕੀਤਾ ਜਾਂਦਾ, ਪੈਸਾ ਇਨਵੈਸਟ ਕੀਤਾ ਜਾਂਦਾ। ਤੇ ਐਫਡੀਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਵਿੱਚ ਕੀ ਕੀਤਾ ਜਾਂਦਾ ਹੈ, ਡਿਫਰੈਂਟ ਕੰਟਰੀਜ਼ ਦੇ ਥਰੂ ਡਿਫਰੈਂਟ ਜਿਹੜੀਆਂ ਆਪਣੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਂਦੀ ਹੈ। ਜਿਵੇਂ ਕਿ ਕੋਈ ਫੋਰਨ ਕੰਟਰੀ ਹੈ, ਯੂਐਸਏ ਹੈ, ਉਹਨੇ ਇੰਡੀਆ ਦੇ ਵਿੱਚ ਕੀ ਕੀਤਾ, ਇਨਵੈਸਟ ਕੀਤਾ, ਕੋਈ ਫੈਕਟਰੀ ਲਗਾਈ ਹੈ, ਕੋਈ ਇੰਡਸਟਰੀ ਲਗਾਈ ਹੈ, ਤਾਂ ਆਪਾਂ ਕੀ ਬੋਲ ਸਕਦੇ ਹਾਂ, ਦਿਸ ਇਜ਼ ਅ ਫੋਰਨ ਡਾਇਰੈਕਟ ਇਨਵੈਸਟਮੈਂਟ। ਜੋ ਉਸ ਕੰਟਰੀ ਨੇ ਇੱਧਰ ਕੀ ਕੀਤੀ, ਡਾਇਰੈਕਟ ਇਨਵੈਸਟਮੈਂਟ ਕੀਤੀ, ਤਾਂ ਜੋ ਪੈਸਾ ਹੈ ਆਪਣਾ ਉਸ ਤੋਂ ਇੱਧਰ ਆ ਰਿਹਾ। ਲੇਕਿਨ ਜੋ ਆਪਣੀ ਜੋ ਹੈ ਪੀਪਲ ਜਦੋਂ ਬਾਹਰ ਦੂਸਰੀ ਕੰਟਰੀ ਦੇ ਵਿੱਚ ਇਨਵੈਸਟ ਕਰਨਗੇ ਤਾਂ ਇਹਦਾ ਮਤਲਬ ਕੀ ਹੈ ਕਿ ਆਪਣੀਆਂ ਕੰਟਰੀਜ਼ ਬਾਹਰ ਦੂਸਰੀ ਕੰਟਰੀ ਦੇ ਵਿੱਚ ਇਨਵੈਸਟਮੈਂਟ ਕਰ ਰਹੀਆਂ ਨੇ, ਤਾਂ ਆਊਟਫਲੋ ਹੋਏਗਾ, ਪੇਮੈਂਟਸ ਹੋਣਗੀਆਂ। ਐਂਡ ਸੈਕੰਡ ਇਜ਼ ਅ ਲੋਨ। ਲੋਨ ਤੁਹਾਨੂੰ ਪਤਾ ਹੈ ਕਿ ਜੋ ਹੈ ਆਈਐਮਐਫ ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ ਹੈ, ਵਰਲਡ ਬੈਂਕ ਹੈ, ਤਾਂ ਡਿਫਰੈਂਟ ਜਿਹੜੇ ਰਿਸੋਰਸਿਸ ਨੇ ਉਹਨਾਂ ਦੇ ਥਰੂ ਆਪਾਂ ਜਿਹੜਾ ਲੋਨ ਹੈ ਉਹ ਲੈਂਦੇ ਆ ਤੇ ਦਿੰਦੇ ਆ। ਠੀਕ ਹੈ, ਡਿਫਰੈਂਟ ਕੰਟਰੀਜ਼ ਨੂੰ। ਤਾਂ ਲੋਨ ਵੀ ਜਿਹੜੇ ਬੀਓਪੀ ਦੇ ਵਿੱਚ ਨੇ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਉਹ ਐਡ ਹੋਣਗੇ। ਐਂਡ ਥਰਡ ਇਜ਼ ਦਾ ਬੈਂਕਿੰਗ ਕੈਪੀਟਲ। ਬੈਂਕਿੰਗ ਕੈਪੀਟਲ ਤੁਹਾਨੂੰ ਪਤਾ ਹੀ ਹੈ ਕਿ ਬੈਂਕਸ ਦੇ ਥਰੂ ਜੋ ਵੀ ਕੈਪੀਟਲ ਐਸਿਡਸ ਨੇ ਪ੍ਰੋਵਾਈਡ ਕੀਤੇ ਜਾਂਦੇ ਨੇ ਆਪਣੀ ਕੰਟਰੀ, ਡੋਮੈਸਟਿਕ ਕੰਟਰੀਜ਼ ਤੇ ਫੋਰਨ ਕੰਟਰੀਜ਼ ਨੂੰ, ਇਸ ਦੇ ਵਿੱਚ ਇਹ ਆਉਂਦੇ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ, ਜੋ ਆਪਣੀ ਕੈਪੀਟਲ ਹੈ ਉਹਦਾ ਇੰਪੋਰਟ ਐਕਸਪੋਰਟ ਹੁੰਦਾ, ਕੈਪੀਟਲ ਸਰਵਿਸਿਜ਼ ਨੇ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਤਾਂ ਕੈਪੀਟਲ ਅਕਾਊਂਟ ਪਲੱਸ ਜਿਹੜਾ ਆਪਣਾ ਕਰੰਟ ਅਕਾਊਂਟ ਹੈ ਉਹ ਦੋਨੇ ਬੀਓਪੀ ਦੇ ਵਿੱਚ ਆਉਣਗੇ। ਤਦ ਕਹਿੰਦੇ ਬੀਓਪੀ ਕੀ ਹੋਏਗਾ, ਬੀਓਪੀ 3 ਸਿਚੁਏਸ਼ਨਸ ਦੇ ਵਿੱਚ ਹੋਏਗਾ ਕਿਉਂਕਿ ਇਹਦੇ ਵਿੱਚ ਵਿਜ਼ੀਬਲ ਗੁੱਡਸ ਵੀ ਆਉਂਦੀਆਂ ਨੇ, ਇਨਵਿਜ਼ੀਬਲ ਗੁੱਡਸ ਵੀ ਆਉਂਦੀਆਂ ਨੇ ਤੇ ਕੈਪੀਟਲ ਗੁੱਡਸ ਵੀ ਆਉਂਦੀਆਂ ਨੇ। ਤਾਂ ਇਹਦੇ ਵਿੱਚ ਜੋ ਵੀ ਜਦੋਂ ਬੀਓਪੀ ਆਪਣਾ ਫੇਵਰੇਬਲ ਹੋਏਗਾ ਤਾਂ ਫੇਵਰੇਬਲ ਮਤਲਬ ਕੀ ਹੈ ਕਿ ਸਾਡੇ ਜੋ ਵੀ ਰਿਸਿਪਟਸ ਨੇ ਉਹ ਜ਼ਿਆਦਾ ਨੇ ਤੇ ਪੇਮੈਂਟ ਸਾਡੀਆਂ ਘੱਟ ਨੇ, ਤਾਂ ਰਿਸਿਪਟਸ ਮਾਈਨਸ ਪੇਮੈਂਟ ਸਾਡਾ ਕੀ ਹੋਏਗਾ, ਪੋਜ਼ਿਟਿਵ ਹੋਏਗਾ। ਤਾਂ ਬੀਓਪੀ ਆਪਾਂ ਕੀ ਕਹਿ ਸਕਦੇ ਹਾਂ, ਫੇਵਰੇਬਲ ਕਹਿ ਸਕਦੇ ਹਾਂ। ਠੀਕ ਹੈ, ਐਂਡ ਉਸ ਤੋਂ ਬਾਅਦ ਅਨਫੇਵਰੇਬਲ ਕਦੋਂ ਹੋਏਗਾ, ਜਦੋਂ ਕਹਿੰਦੇ ਆਪਣੇ ਰਿਸਿਪਟਸ ਘੱਟ ਹੋਣਗੇ ਲੇਕਿਨ ਆਪਣੀਆਂ ਪੇਮੈਂਟਸ ਜ਼ਿਆਦਾ ਹੋਣਗੀਆਂ। ਠੀਕ ਹੈ, ਤਾਂ ਨੈਗੇਟਿਵ ਦੇ ਵਿੱਚ ਹੋਏਗਾ, ਅਨਫੇਵਰੇਬਲ ਹੋਏਗਾ। ਐਂਡ ਬੀਓਪੀ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗਾ, ਜਦੋਂ ਆਪਣੇ ਜਿਹੜੀਆਂ ਰਿਸਿਪਟਸ ਨੇ ਤੇ ਪੇਮੈਂਟਸ ਨੇ ਕੀ ਹੋਣਗੀਆਂ, ਇਕੁਅਲ ਹੋਣਗੀਆਂ, ਉਦੋਂ ਆਪਣਾ ਬੀਓਪੀ ਕੀ ਹੋਏਗਾ, ਇਕੁਅਲ ਹੋਏਗਾ।
ਤਦ ਕਹਿੰਦੇ ਡਿਫਰੈਂਟ ਇਸ ਤੋਂ ਬਾਅਦ ਹੈ ਆਪਣਾ ਕਿ ਜਦੋਂ ਆਪਾਂ ਨੇ ਆਪਣੀ ਨੈਸ਼ਨਲ ਇਨਕਮ ਨੂੰ ਮੇਜਰ ਕੀਤਾ ਸੀ ਤਾਂ ਡਿਫਰੈਂਟ ਜਿਹੜੀਆਂ ਆਪਣੀ ਡਿਫਿਕਲਟੀਜ਼ ਨੇ ਉਹ ਆਈਆਂ ਸੀ ਨੈਸ਼ਨਲ ਇਨਕਮ ਨੂੰ ਮੇਜਰ ਕਰਨ ਦੇ ਵਿੱਚ। ਤਾਂ ਫਰਸਟ ਸੀਗਾ ਡਿਫਰੈਂਸ ਬਿਟਵੀਨ ਦਾ ਫਾਈਨਲ ਐਂਡ ਇੰਟਰਮੀਡੀਏਟ ਕੋਰਸ, ਕਿ ਜਦੋਂ ਆਪਾਂ ਜਿਹੜੀਆਂ ਵੈਲਿਊ ਐਡਡ ਮੈਥਡ ਦੇ ਥਰੂ ਆਪਾਂ ਨੈਸ਼ਨਲ ਇਨਕਮ ਨੂੰ ਮੇਜਰ ਕਰਦੇ ਆ ਤਾਂ ਉਹ ਵੈਲਿਊ ਜਿਹੜਾ ਐਡ ਕਰਦੇ ਆ ਤਾਂ ਇਹਨਾਂ ਦੇ ਥਰੂ ਜਿਹੜੀਆਂ ਫਾਈਨਲ ਤੇ ਇੰਟਰਮੀਡੀਏਟ ਗੁੱਡਸ ਨੇ ਉਹਨਾਂ ਨੂੰ ਪਲੱਸ ਕਰਨ ਦੇ ਵਿੱਚ ਕੀ ਆ ਮੋਸਟਲੀ ਪ੍ਰੋਬਲਮ ਆਉਂਦੀ ਹੈ, ਆਪਾਂ ਡਬਲ ਕਾਊਂਟਿੰਗ ਦੀ ਪ੍ਰੋਬਲਮ ਆਉਂਦੀ ਹੈ। ਨੈਕਸਟ ਇਜ਼ ਚੇਂਜ ਇਨ ਪ੍ਰਾਈਸਿਸ, ਕਹਿੰਦੇ ਜਦੋਂ ਪ੍ਰਾਈਸ ਚੇਂਜ ਹੁੰਦਾ ਹੈ, ਵੈਲਿਊ ਚੇਂਜ ਹੁੰਦੀ ਹੈ, ਐਕਸਪੈਂਡੀਚਰ ਚੇਂਜ ਹੁੰਦਾ, ਇਨਕਮ ਚੇਂਜ ਹੁੰਦਾ, ਕਹਿੰਦੇ ਉਦੋਂ ਵੀ ਆਪਾਂ ਜੀਡੀਪੀ ਦਾ ਪਤਾ ਨਹੀਂ ਲਗਾ ਸਕਦੇ। ਅੱਗੇ ਹੈ ਸਰਵਿਸਿਜ਼ ਵਿਦਾਊਟ ਰਿਵਾਰਡ, ਕਹਿੰਦੇ ਕਈ ਸਰਵਿਸਿਜ਼ ਐਦਾਂ ਦੀਆਂ ਨੇ ਜਿਹੜੀਆਂ ਰਿਵਾਰਡ ਤੋਂ ਬਿਨਾ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਥਰੂ ਕੋਈ ਵੀ ਇਨਕਮ ਹੈ ਜਿਹੜੀ ਜਨਰੇਟ ਨਹੀਂ ਹੁੰਦੀ, ਕਹਿੰਦੇ ਉਸ ਟਾਈਮ ਜੀਡੀਪੀ ਨੂੰ ਆਪਾਂ ਈਜ਼ੀਲੀ ਕੈਲਕੂਲੇਟ ਨਹੀਂ ਕਰ ਸਕਦੇ। ਨੈਕਸਟ ਇਜ਼ ਡਬਲ ਕਾਊਂਟਿੰਗ, ਡਬਲ ਕਾਊਂਟਿੰਗ को ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਇੱਕੋ ਚੀਜ਼ ਨੂੰ ਦੁਬਾਰਾ ਕਾਊਂਟ ਕਰਨਾ, ਇੱਕੋ ਚੀਜ਼ ਦੀ ਵੈਲਿਊ ਨੂੰ ਦੁਬਾਰਾ ਐਡ ਕਰਨਾ, ਇਸ ਦੇ ਨਾਲ ਜਿਹੜੀ ਸਾਡੀ ਇਨਕਮ ਹੈ ਉਹ ਡਬਲ ਸ਼ੋ ਹੁੰਦੀ ਹੈ, ਲੇਕਿਨ ਜਦਕਿ ਆਪਣੀ ਇਨਕਮ ਉੱਥੇ ਇੱਕ ਵਾਰ ਹੀ ਕਾਊਂਟ ਹੋਣੀ ਚਾਹੀਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ ਬੀਟ ਤੇ ਫਲੋ ਦੀ। ਐਂਡ ਉਸ ਤੋਂ ਬਾਅਦ ਫੋਰਨ ਕੰਪਨੀਜ਼, ਕਹਿੰਦੇ ਜਿਹੜੀਆਂ ਫੋਰਨ ਕੰਪਨੀਜ਼ ਨੇ ਉਹਨਾਂ ਦਾ ਕੰਟਰੋਲ ਹੁੰਦਾ ਹੈ ਗੁੱਡਸ ਦੀ ਡੀਲ ਤੇ ਬਿਜ਼ਨਸ ਦੇ ਵਿੱਚ ਇੱਕ ਕੰਟਰੀ ਦਾ, ਠੀਕ ਹੈ। ਤਾਂ ਇੱਕ ਕੰਟਰੀ ਦੇ ਜਿਹੜੇ ਰਿਸਿਪਟਸ ਨੇ ਮੋਸਟਲੀ ਉਹ ਪੋਜ਼ਿਟਿਵ ਜਾਂਦੀਆਂ ਨੇ ਤੇ ਦੂਸਰੀ ਕੰਟਰੀਜ਼ ਦੀਆਂ ਜਿਹੜੀਆਂ ਪੇਮੈਂਟਸ ਨੇ ਇਸ ਤਰ੍ਹਾਂ ਉਹ ਬਚ ਜਾਂਦੀਆਂ ਨੇ, ਜਿਹਦੇ ਥਰੂ ਜਿਹੜਾ ਅਨਬੈਲੈਂਸ ਹੁੰਦਾ ਬੀਓਪੀ ਦੇ ਵਿੱਚ ਆਪਣੀ ਇਨਕਮ ਫਰੋਮ ਜਿਹੜੀ ਨੈਟ ਇਨਕਮ ਫਰੋਮ ਐਬਰੋਡ ਹੈ ਉਹ ਘਟਦੀ ਆ। ਤਾਂ ਇਹਦੇ ਨਾਲ ਵੀ ਜੀਡੀਪੀ ਨੂੰ ਮੇਜਰ ਕਰਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਆਪਾਂ ਨੂੰ ਕੀ ਕਰਨੀਆਂ ਪੈਂਦੀਆਂ ਨੇ, ਫੇਸ ਕਰਨੀਆਂ ਪੈਂਦੀਆਂ ਨੇ। ਤਦ ਆਪਾਂ ਦੇਖ ਸਕਦੇ ਹਾਂ ਕਿ ਇੱਥੋਂ ਇਸ ਟੌਪਿਕ ਦੇ ਵਿੱਚ ਕੀ ਆਪਾਂ ਨੇ ਕੀ ਦੇਖਿਆ ਹੈ ਕਿ ਜਿਹੜੇ 3 ਮੈਥਡ ਸੀਗੇ ਨੈਸ਼ਨਲ ਇਨਕਮ ਦੇ। ਅਗਰ ਤੁਹਾਨੂੰ ਲੌਂਗ ਕੁਐਸਚਨ ਆ ਸਕਦਾ ਹੈ ਤਾਂ ਆ ਸਕਦਾ ਹੈ ਹਾਊ ਵੀ ਕੈਨ ਮੇਜਰਸ ਨੈਸ਼ਨਲ ਇਨਕਮ, ਜਦ ਦੈਨ ਤੁਸੀਂ ਇਹ 3 ਮੈਥਡਸ ਐਕਸਪਲੇਨ ਕਰੋਗੇ, ਜਿਹਦੇ ਵਿੱਚ ਫਰਸਟ ਸੀਗਾ ਆਪਣਾ ਇਨਕਮ ਮੈਥਡ, ਸੈਕੰਡ ਸੀਗਾ ਐਕਸਪੈਂਡੀਚਰ ਐਂਡ ਥਰਡ ਸੀਗਾ ਆਪਣਾ ਵੈਲਿਊ ਐਡਡ ਮੈਥਡ। ਤੇ ਇਸ ਤੋਂ ਇਲਾਵਾ ਤੁਹਾਨੂੰ ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਕਿ ਵਾਟ ਇਜ਼ ਵੈਲਿਊ ਐਡਡ ਮੈਥਡ, ਵਾਟ ਇਜ਼ ਇਨਕਮ ਮੈਥਡ, ਐਕਸਪੈਂਡੀਚਰ ਮੈਥਡ। ਅਲੱਗ-ਅਲੱਗ ਤੋਂ ਜਿਹੜੇ ਮੈਥਡਸ ਨੇ ਉਹ ਵੀ ਲੌਂਗ ਕੁਐਸਚਨ ਦੇ ਵਿੱਚ ਆ ਸਕਦੇ ਨੇ। ਸ਼ਾਰਟ ਦੇ ਵਿੱਚ ਤੁਹਾਨੂੰ ਬੀਓਪੀ ਆ ਸਕਦਾ ਹੈ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਰੀਅਲ ਐਂਡ ਨੋਮੀਨਲ ਵੇਜਿਸ ਆ ਸਕਦਾ ਹੈ। ਐਂਡ ਫਿਰ ਉਸ ਤੋਂ ਬਾਅਦ ਤੁਹਾਨੂੰ ਆ ਸਕਦਾ ਲਿਮਿਟੇਸ਼ਨਸ ਆ ਸਕਦੀਆਂ ਨੇ, ਠੀਕ ਹੈ। ਤੇ ਸੇਵਿੰਗ ਆ ਸਕਦੀ ਹੈ, ਸੇਵਿੰਗ ਐਂਡ ਜੋ ਆਪਾਂ ਨੇ ਵੈਲਥ ਪੜ੍ਹਿਆ ਕਿ ਸੇਵਿੰਗ ਕੀ ਹੁੰਦੀ ਹੈ, ਸੇਵਿੰਗ ਦਾ ਮਤਲਬ ਕਿ ਜੋ ਆਪਣਾ ਪ੍ਰਾਈਵੇਟ ਤੇ ਗਵਰਨਮੈਂਟ ਸੈਕਟਰ ਸੇਵ ਕਰਦਾ ਹੈ ਮਿਲ ਕੇ, ਠੀਕ ਹੈ। ਕੰਜ਼ੰਪਸ਼ਨ ਨੂੰ ਜਦੋਂ ਐਕਸਪੈਂਡੀਚਰ ਨੂੰ ਮਾਈਨਸ ਕੀਤਾ ਜਾਂਦਾ ਇਨਕਮ ਦੇ ਵਿੱਚੋਂ ਤਾਂ ਜੋ ਸਾਡੇ ਕੋਲ ਬਚਦਾ ਹੈ दैट इज अ सेविंग्स, ठीक है। प्राइवेट सेविंग, गवर्नमेंट सेविंग एंड जो है अपनी टोटल सेविंग्स जो प्राइवेट प्लस गवर्नमेंट ਨੂੰ ਮਿਲਾ ਕੇ ਹੁੰਦੀ ਹੈ। ਤੇ ਉਸ ਤੋਂ ਇਲਾਵਾ ਬੀਓਪੀ ਫੇਵਰੇਬਲ ਅਨਫੇਵਰੇਬਲ ਕਦੋਂ ਹੋਏਗਾ, ਬੀਓਪੀ ਦੇ ਵਿੱਚ ਆਪਣਾ ਮੋਸਟਲੀ ਵਾਟ ਇਜ਼ ਦ ਡਿਫਰੈਂਸ ਬਿਟਵੀਨ ਬੀਓਪੀ ਐਂਡ ਬੈਲੈਂਸ ਆਫ ਟ੍ਰੇਡ ਆ ਸਕਦਾ। ਬੀਓ ਦੇ ਵਿੱਚ ਵਿਜ਼ੀਬਲ ਪਲੱਸ ਇਨਵਿਜ਼ੀਬਲ ਗੁੱਡਸ ਪਲੱਸ ਜੋ ਹੈ ਆਪਣਾ ਕੈਪੀਟਲ ਗੁੱਡਸ ਉਹ ਆਉਂਦੀਆਂ ਨੇ, ਕੈਪੀਟਲ ਸਰਵਿਸਿਜ਼। ਐਂਡ ਬੀਓ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਗੁੱਡਸ ਆਉਣਗੀਆਂ, ਸਿਰਫ ਗੁੱਡਸ ਤੇ ਐਕਸਪੋਰਟ ਇੰਪੋਰਟ ਆਉਣਗੇ। ਤੇ ਇਹ ਦੋਨੇ ਬੀਓਪੀ ਆਪਣਾ ਤੇ ਬੈਲੈਂਸ ਆਫ ਟ੍ਰੇਡ ਤੇ ਬੈਲੈਂਸ ਆਫ ਪੇਮੈਂਟ ਫੇਵਰੇਬਲ ਅਨਫੇਵਰੇਬਲ ਐਂਡ ਇਕੁਅਲ ਹੋ ਸਕਦੇ ਨੇ। ਇੱਥੇ ਆਪਣਾ ਜੋ ਇਹ ਅੱਜ ਵਾਲਾ ਟੌਪਿਕ ਹੈ ਖਤਮ ਹੁੰਦਾ ਹੈ। ਧੰਨਵਾਦ।